Hello dear students and welcome you all on this creative online study channel. ਅੱਜ ਦੀ ਵੀਡੀਓ ਵਿੱਚ ਆਪਾਂ 5th ਕਲਾਸ ਦੇ ਨਿਊ ਸਬਜੈਕਟ ਵੈਲਕਮ ਲਾਈਫ ਦੇ ਪਾਰਟ ਨੰਬਰ 4 ਨੂੰ ਪੜਾਂਗੇ ਔਰ ਸਮਝਾਂਗੇ। ਇਸ ਚੈਪਟਰ ਦਾ ਨਾਮ ਹੈ ਦਿਲ ਵਿੱਚ ਇਹਨਾਂ ਲਈ ਪਿਆਰ ਰੱਖੀਏ। ਇਸ ਚੈਪਟਰ ਦੇ ਜਰੀਏ ਅਸੀਂ ਪੜਾਂਗੇ ਕਿ ਕਿੰਨਾ ਲਈ ਸਾਨੂੰ ਆਪਣੇ ਦਿਲ ਵਿੱਚ ਪਿਆਰ ਰੱਖਣਾ ਚਾਹੀਦਾ ਹੈ। ਕਿੰਨਾ ਲਈ ਜਿੱਥੇ ਅਸੀਂ ਰਹਿੰਦੇ ਆ ਉਸ ਰਾਜ ਲਈ ਸਾਡੇ ਦਿਲ ਵਿੱਚ ਪਿਆਰ ਹੋਣਾ ਚਾਹੀਦਾ ਹੈ। ਠੀਕ ਹੈ, ਪਾਣੀ ਨਾਲ ਪਿਆਰ ਹੋਣਾ ਚਾਹੀਦਾ ਹੈ, ਉਹਦੀ ਦੁਰਵਰਤੋਂ ਤੋਂ ਸਾਨੂੰ ਰੋਕਣੀ ਚਾਹੀਦੀ ਹੈ। ਠੀਕ ਹੈ ਨਾ, ਸਾਨੂੰ ਦੇਸ਼ ਭਗਤਾਂ ਨਾਲ ਪਿਆਰ ਹੋਣਾ ਚਾਹੀਦਾ, ਸਾਨੂੰ ਆਪਣੇ ਲੋਕ ਨਾਚ ਨਾਲ ਪਿਆਰ ਹੋਣਾ ਚਾਹੀਦਾ, ਸਾਨੂੰ ਆਪਣੇ ਪਹਿਰਾਵੇ ਨਾਲ ਪਿਆਰ ਹੋਣਾ ਚਾਹੀਦਾ ਹੈ, ਸਾਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਸਾਨੂੰ ਅਸੀਂ ਜਿਹੜਾ ਕੰਮ ਕਰਦੇ ਹਾਂ ਉਹਦੇ ਨਾਂ ਪ੍ਰਤੀ ਵੀ ਸਾਨੂੰ ਪਿਆਰ ਹੋਣਾ ਚਾਹੀਦਾ ਹੈ। ਠੀਕ ਹੈ, ਇਸ ਚੈਪਟਰ ਦੇ ਜਰੀਏ ਅਸੀਂ ਦੇਖਾਂਗੇ ਕਿ ਕਿੰਨਾ ਲਈ ਸਾਡੇ ਦਿਲ ਵਿੱਚ ਪਿਆਰ ਹੋਣਾ ਚਾਹੀਦਾ ਹੈ। ਠੀਕ ਹੈ, ਇਸ ਵਿੱਚ ਬਹੁਤ ਹੀ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ। ਸਭ ਤੋਂ ਪਹਿਲਾਂ ਹੈ ਆਪਣੇ ਰਾਜ ਬਾਰੇ ਜਾਣਕਾਰੀ ਅਤੇ ਸਾਂਝਾਂ। ਠੀਕ ਹੈ, ਸਭ ਤੋਂ ਪਹਿਲਾਂ ਕੀ ਦੱਸਿਆ ਗਿਆ ਕਿ ਰਾਜ ਦੇ ਬਾਰੇ ਵਿੱਚ ਦੱਸਿਆ ਗਿਆ ਤੇ ਸਾਂਝਾਂ ਕਿਹੜੀਆਂ ਉਹਨਾਂ ਦੀ ਸਾਂਝਾਂ ਨੇਗੀਆਂ ਉਹਨਾਂ ਬਾਰੇ ਦੱਸਿਆ ਗਿਆ। ਹੁਣ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਆਪਾਂ ਕਿਹੜੇ ਰਾਜ ਦੇ ਨਿਵਾਸੀ ਹਾਂ। ਆਪਾਂ ਕਿਹੜੇ ਰਾਜ ਦੇ ਨਿਵਾਸੀ ਹਾਂ। ਜਿਨ੍ਹਾਂ ਬੱਚਿਆਂ ਦਾ ਆਨਸਰ ਹੈ ਪੰਜਾਬ, ਉਹ ਬਿਲਕੁਲ ਠੀਕ ਨੇ। ਕੁਝ ਜਿਹੜੇ ਬੱਚੇ ਨੇ ਉਹ ਕਨਫਿਊਜ਼ਨ 'ਚ ਰਹਿੰਦੇ ਨੇ ਕਿ ਰਾਜ ਭਾਰਤ ਹੈ ਜਾਂ ਸਾਡਾ ਪੰਜਾਬ ਹੈ। ਠੀਕ ਹੈ ਨਾ, ਸਭ ਤੋਂ ਪਹਿਲਾਂ ਇਹ ਕਨਫਿਊਜ਼ਨ ਕਲੀਅਰ ਹੋਣੀ ਚਾਹੀਦੀ ਹੈ ਕਿ ਜਿਹੜਾ ਦੇਸ਼ ਹੈ ਉਹ ਹੈਗਾ ਭਾਰਤ, ਜੋ ਰਾਜ ਹੈ ਉਹ ਹੈ ਪੰਜਾਬ। ਠੀਕ ਹੈ, ਪੰਜਾਬ ਸਾਡਾ ਰਾਜ ਹੈ ਔਰ ਦੇਸ਼ ਕਿਹੜਾ ਹੈ ਭਾਰਤ। ਕੰਟਰੀ ਕਿਹੜੀ ਹੈ ਇੰਡੀਆ ਔਰ ਸਟੇਟ ਕਿਹੜੀ ਹੈ ਪੰਜਾਬ। ਜਿਹੜੇ ਤਾਂ ਪੰਜਾਬ ਵਿੱਚ ਰਹਿੰਦੇ ਨੇ ਉਹ ਪੰਜਾਬ ਰਾਜ ਦੇ ਨਿਵਾਸੀ ਨੇ, ਜਿਹੜੇ ਹਿਮਾਚਲ 'ਚ ਰਹਿੰਦੇ ਨੇ ਉਹ ਹਿਮਾਚਲ ਦੇ, ਜਿਹੜੇ ਹਰਿਆਣਾ 'ਚ ਰਹਿੰਦੇ ਨੇ ਉਹ ਹਰਿਆਣੇ ਦੇ ਨਿਵਾਸੀ ਨੇ। ਠੀਕ ਹੈ, ਰਾਜ ਅਲੱਗ-ਅਲੱਗ ਹੋ ਸਕਦਾ, ਸਟੇਟ ਜਿਹੜਾ ਭਾਰਤ ਵਿੱਚ ਪੂਰੇ ਭਾਰਤ ਵਿੱਚ ਰਹਿੰਦੇ ਨੇ ਉਹ ਭਾਰਤ ਦੇਸ਼ ਦੇ ਨਿਵਾਸੀ ਨੇ। ਠੀਕ ਹੈ, ਸਭ ਤੋਂ ਪਹਿਲਾਂ ਸਾਰਿਆਂ ਨੂੰ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਦੇਸ਼ ਸਾਡਾ ਭਾਰਤ ਹੈ ਔਰ ਰਾਜ ਸਾਡਾ ਪੰਜਾਬ ਹੈ। ਸਭ ਤੋਂ ਪਹਿਲਾਂ ਇਹਨਾਂ ਵਿੱਚ ਇੱਕ ਲਾਈਨਾਂ 4 ਦਿੱਤੀਆਂ ਗਈਆਂ ਨੇ ਜਿਸ ਵਿੱਚ ਪੰਜਾਬ ਦੀ ਪ੍ਰਸ਼ੰਸਾ ਕੀਤੀ ਗਈ ਹੈ ਕਿ ਪੰਜਾਬ ਕਿਸ ਤਰ੍ਹਾਂ ਦਾ ਹੈ। ਰੰਗਲਾ ਹੈ ਸਾਡਾ ਇਹ ਪੰਜਾਬ ਬੇਲੀਓ, ਫੁੱਲਾਂ ਵਿੱਚੋਂ ਫੁੱਲ ਜਿਉਂ ਗੁਲਾਬ ਬੇਲੀਓ, ਰੱਖਦੇ ਨਿਰਾਸ਼ਾ ਦੂਰ ਲੋਕ ਇੱਥੋਂ ਦੇ, ਨਵੇਂ ਦੇਖਦੇ ਨੇ ਖਾਬ ਬੇਲੀਓ। ਇਹਨਾਂ 4 ਲਾਈਨਾਂ ਵਿੱਚ ਪੰਜਾਬ ਦੀ ਪ੍ਰਸ਼ੰਸਾ ਕੀਤੀ ਹੈ ਕਿ ਕਿੱਦਾਂ ਦਾ ਸਾਡਾ ਪੰਜਾਬ ਹੈ। ਪੰਜਾਬ ਕਿੱਦਾਂ ਦਾ ਸਾਡਾ ਰੰਗਲਾ ਪੰਜਾਬ ਹੈ। ਫੁੱਲਾਂ ਵਿੱਚੋਂ ਫੁੱਲ, ਜਿੱਦਾਂ ਦੇਖਿਓ ਸਾਰਿਆਂ ਨੂੰ ਵੱਧ ਮਨ ਭਾਉਂਦਾ ਫੁੱਲ ਕਿਹੜਾ ਹੈ, ਸਭ ਨੂੰ ਜਿਹੜਾ ਮਨ ਨੂੰ ਮੋਹ ਲੈਂਦਾ ਹੈ ਕਿਹੜਾ ਫੁੱਲ ਹੈ ਗੁਲਾਬ ਦਾ। ਜਿਸ ਤਰ੍ਹਾਂ ਫੁੱਲ ਗੁਲਾਬ ਦਾ ਜਿਹੜਾ ਬਹੁਤ ਹੀ ਸੋਹਣਾ ਹੁੰਦਾ ਹੈ, ਬਹੁਤ ਹੀ ਮਨਮੋਹਣਾ ਹੁੰਦਾ ਹੈ, ਉਸੇ ਤਰ੍ਹਾਂ ਹੀ ਸਾਡਾ ਪੰਜਾਬ ਵੀ ਬਹੁਤ ਹੀ ਸੋਹਣਾ ਤੇ ਦਿਲ ਨੂੰ ਛੂਹਣ ਵਾਲਾ ਹੈ। ਠੀਕ ਹੈ, ਰੱਖਦੇ ਨਿਰਾਸ਼ਾ ਦੂਰ ਲੋਕ ਇੱਥੋਂ ਦੇ, ਜਿਹੜੇ ਇੱਥੋਂ ਦੇ ਲੋਕ ਨੇ ਉਹ ਨਿਰਾਸ਼ਾ ਨੂੰ ਆਪਣੇ ਤੋਂ ਦੂਰ ਰੱਖਦੇ ਨੇ, ਉਦਾਸ ਨਹੀਂ ਰਹਿੰਦੇ, ਹਮੇਸ਼ਾ ਖੁਸ਼ ਰਹਿੰਦੇ ਨੇ, ਜਿਹੜੇ ਤੇ ਹਮੇਸ਼ਾ ਉਹਨਾਂ ਦੇ ਮੁਸਕਰਾਹਟ ਹੁੰਦੀ ਹੈ। ਨਵੇਂ ਦੇਖਦੇ ਨੇ ਖਾਬ ਬੇਲੀਓ, ਉੱਥੋਂ ਦੇ ਲੋਕ ਨਵੇਂ ਖਾਬ ਦੇਖਦੇ ਨੇ ਆਪਣੇ ਦੇਸ਼ ਨੂੰ ਅੱਗੇ ਵਧਾਉਣ ਲਈ, ਆਪਣੇ ਦੇਸ਼ ਦੀ ਤਰੱਕੀ ਲਈ ਨਵੇਂ ਖਾਬ ਦੇਖਦੇ ਨੇ। ਖਾਬ ਹੁੰਦਾ ਸੁਪਨੇ ਦੇਖਣਾ। ਠੀਕ ਹੈ ਜੀ, ਇਸ ਤੋਂ ਬਾਅਦ ਪੰਜਾਬ ਬਾਰੇ ਦੱਸਿਆ ਗਿਆ। ਅਸੀਂ ਪੰਜਾਬ ਰਾਜ ਦੇ ਨਿਵਾਸੀ ਹਾਂ। ਪੰਜਾਬ ਭਾਰਤ ਦਾ ਪ੍ਰਸਿੱਧ ਰਾਜ ਹੈ। ਦੁਨੀਆ ਵਿੱਚ ਪੰਜਾਬ ਦੀ ਇੱਕ ਖਾਸ ਪਛਾਣ ਹੈ। ਪੰਜਾਬ ਦਾ ਨਾਂ 5 ਦਰਿਆਵਾਂ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ ਤੋਂ ਪਿਆ ਹੈ। 1947 ਵਿੱਚ ਭਾਰਤ ਦੀ ਵੰਡ ਹੋਣ ਕਾਰਨ 2 ਦਰਿਆਵਾਂ ਚਨਾਬ ਅਤੇ ਜਿਹਲਮ ਪਾਕਿਸਤਾਨ ਵਿੱਚ ਚਲੇ ਗਏ। ਅੱਜ ਕੱਲ੍ਹ ਇੱਥੇ 3 ਦਰਿਆ ਸਤਲੁਜ, ਬਿਆਸ ਅਤੇ ਰਾਵੀ ਵਗਦੇ ਹਨ। ਜਿਹੜਾ ਪੰਜਾਬ, ਇਸ ਵਿੱਚ ਕੀ ਦੱਸਿਆ ਗਿਆ ਕਿ ਅਸੀਂ ਪੰਜਾਬ ਰਾਜ ਦੇ ਨਿਵਾਸੀ ਹਾਂ। ਪਤਾ ਲੱਗ ਗਿਆ ਨਾ, ਰਾਜ ਹੈ ਪੰਜਾਬ ਆਪਣਾ, ਜੋ ਭਾਰਤ ਦਾ ਇੱਕ ਪ੍ਰਸਿੱਧ ਰਾਜ ਹੈ, ਜੋ ਕੀ ਹੈ ਭਾਰਤ ਦਾ ਇੱਕ ਪ੍ਰਸਿੱਧ ਰਾਜ ਹੈ। ਠੀਕ ਹੈ, ਪੰਜਾਬ ਕਿਵੇਂ ਬਣ ਕੇ ਬਣਿਆ, ਕਿੰਨਾ ਦਰਿਆਵਾਂ ਤੋਂ ਪੰਜਾਬ ਨੂੰ ਪੰਜਾਬ ਕਿਉਂ ਕਿਹਾ ਜਾਂਦਾ ਹੈ। ਪੰਜਾਬ ਦਾ ਅਰਥ ਹੁੰਦਾ ਹੈ 5 + ਆਬ। ਇਹ 2 ਵਰਡ ਤੋਂ ਮਿਲ ਕੇ ਬਣਿਆ ਹੈ। ਕਿਹੜੇ ਵਰਡਸ ਤੋਂ ਮਿਲਿਆ ਹੈ 5 + ਆਬ। 5 ਦਾ ਮਤਲਬ ਕੀ ਹੁੰਦਾ ਹੈ 5 ਦਾ ਮਤਲਬ ਹੁੰਦਾ 5, ਠੀਕ ਹੈ, ਗਿਣਤੀ ਵਾਲਾ 5, ਔਰ ਆਪ ਦਾ ਮਤਲਬ ਹੁੰਦਾ ਦਰਿਆ।
ਪੰਜਾਬ ਦਾ ਮਤਲਬ ਕੀ ਹੁੰਦਾ ਹੈ, 5 ਦਰਿਆਵਾਂ ਦੀ ਧਰਤੀ। ਠੀਕ ਹੈ, ਇਸ ਕਰਕੇ ਇਸ ਦਾ ਨਾਮ ਪੰਜਾਬ ਪਿਆ। 1947 ਵਿੱਚ ਕੀ ਹੋਇਆ? 1947 ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਨਾ, ਪਰ ਨਾਲ ਦੀ ਨਾਲ ਸਾਨੂੰ ਇੱਕ ਜਿੱਥੇ ਆਪਾਂ ਨੂੰ ਦੇਸ਼ ਦੇ ਆਜ਼ਾਦ ਹੋਣ ਦੀ ਖੁਸ਼ੀ ਹੈ, ਉਸ ਦੇ ਨਾਲ ਇੱਕ ਦੁੱਖ ਵੀ ਹੈ ਕਿ ਪੰਜਾਬ ਉਸ ਟਾਈਮ ਕੀ ਹੋ ਗਿਆ, 1947 ਵਿੱਚ ਭਾਰਤ ਦੀ ਵੰਡ ਵੀ ਹੋਈ। ਪਹਿਲਾਂ ਜਿਹੜਾ ਹੁਣ ਕੰਟਰੀ ਹੈ ਨਾ ਪਾਕਿਸਤਾਨ, 1947 ਤੋਂ ਪਹਿਲਾਂ ਪਾਕਿਸਤਾਨ ਕੰਟਰੀ ਨਹੀਂ ਸੀ ਅਲੱਗ, ਇਹ ਭਾਰਤ ਦਾ ਹੀ ਇੱਕ ਹਿੱਸਾ ਸੀ। 1947 ਵਿੱਚ ਦੇਸ਼ ਦੀ ਆਜ਼ਾਦੀ ਤਾਂ ਮਿਲੀ, ਪਰ ਨਾਲ ਦੀ ਨਾਲ ਸਾਨੂੰ ਇਹ ਦੁੱਖ ਰਹੇਗਾ ਕਿ ਜਿਹੜਾ ਸਾਡਾ ਪੰਜਾਬ ਸੀ ਇਹ ਵੀ 2 ਹਿੱਸਿਆਂ ਵਿੱਚ ਡਿਵਾਈਡ ਹੋ ਗਿਆ, ਇਹ ਵੀ 2 ਹਿੱਸਿਆਂ ਵਿੱਚ ਵੰਡਿਆ ਗਿਆ। ਉਹ ਪਹਿਲਾਂ ਕੀ ਸੀ? ਪੰਜਾਬ 5 ਦਰਿਆਵਾਂ ਦੀ ਧਰਤੀ ਸੀ। ਜਦੋਂ ਪੰਜਾਬ ਜਿਹੜਾ 1947 ਵਿੱਚ ਵੰਡ ਹੋਈ ਤਾਂ ਜਿਹੜਾ ਪਾਕਿਸਤਾਨ ਇੱਕ ਅਲੱਗ ਕੰਟਰੀ ਬਣ ਗਈ, ਤਾਂ ਜਿਹੜੇ 2 ਦਰਿਆ ਸੀ ਉਹ ਕਿੱਥੇ ਚਲੇ ਗਏ? ਚਨਾਬ ਅਤੇ ਜਿਹਲਮ, ਜਿਹੜੇ 2 ਦਰਿਆ ਸੀ ਇਹ ਪਾਕਿਸਤਾਨ ਵਿੱਚ ਚਲੇ ਗਏ। ਤੇ ਹੁਣ ਅੱਜ ਕੱਲ੍ਹ ਆਪਣੇ ਕੋਲ ਕਿੰਨੇ ਦਰਿਆ ਨੇ? ਅੱਜ ਜਿਹੜੇ ਪੰਜਾਬ ਦੇ ਕਿੰਨੇ ਦਰਿਆ ਨੇ? 3 ਦਰਿਆ ਨੇ, ਸਤਲੁਜ, ਬਿਆਸ ਅਤੇ ਰਾਵੀ। ਜਿਹੜੇ 2 ਦਰਿਆ ਨੇ ਚਨਾਬ ਅਤੇ ਜਿਹਲਮ, ਇਹ ਪਾਕਿਸਤਾਨ ਵਾਲੀ ਸਾਈਡ ਚਲੇ ਗਏ ਨੇ। ਨੈਕਸਟ ਹੈ, ਪੰਜਾਬ ਇੱਕ ਸਰਹੱਦੀ ਰਾਜ ਹੈ। ਸਰਹੱਦੀ ਰਾਜ ਹੋਣ ਕਰਕੇ ਇਸ ਨੂੰ ਅਕਸਰ ਜੰਗਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਇੱਥੋਂ ਦੇ ਲੋਕਾਂ ਨੇ ਕਦੇ ਕਿਸੇ ਦੁਸ਼ਮਣ ਦਾ ਡਰ ਨਹੀਂ ਮੰਨਿਆ। ਇਹਨਾਂ ਦਾ ਵਿਰਸਾ ਬਹਾਦਰੀ ਭਰਿਆ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਨੇ ਵੱਡਾ ਯੋਗਦਾਨ ਪਾਇਆ ਹੈ। ਇੱਥੋਂ ਦੇ ਲੋਕ ਆਪਣੀ ਬਹਾਦਰੀ ਕਰਕੇ ਦੁਨੀਆ ਭਰ ਵਿੱਚ ਪ੍ਰਸਿੱਧ ਹਨ। ਸਭ ਨੂੰ ਪਤਾ ਹੈ ਕਿ ਪੰਜਾਬ ਜਿਹੜਾ ਇੱਕ ਸਰਹੱਦੀ ਰਾਜ ਹੈ। ਸਰਹੱਦੀ ਰਾਜ ਦਾ ਮਤਲਬ ਕੀ ਹੁੰਦਾ? ਸਰਹੱਦ ਲੱਗਦੀ ਹੈ ਇਹਦੇ ਨਾਲ। ਠੀਕ ਹੈ, ਇਹਦੇ ਨਾਲ ਜਿਹੜਾ ਬਾਰਡਰ ਜਿਹੜਾ ਹੈਗਾ ਪੰਜਾਬ ਆਪਣੇ ਕਈਆਂ ਨਾਲ ਸ਼ੇਅਰ ਕਰਦਾ ਹੈ। ਸਰਹੱਦੀ ਬਾਰਡਰ ਏਰੀਏ ਤੇ ਹੋਣ ਕਰਕੇ ਕੀ ਹੈ, ਅਕਸਰ ਜਿਹੜੇ ਜੰਗ ਸੀਗੀ, ਜਿਹੜੀ ਜੰਗਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ। ਠੀਕ ਹੈ ਨਾ, ਉੱਥੇ ਜਿਹੜੇ ਦੁਸ਼ਮਣ ਸੀ ਉਹ ਆਸਾਨੀ ਨਾਲ ਆਪਣੇ ਪੰਜਾਬ ਦੇ ਅੰਦਰ ਦੀ ਹੋ ਕੇ ਵੜ ਸਕਦੇ ਸੀਗੇ। ਠੀਕ ਹੈ, ਕਿਉਂਕਿ ਰਸਤਾ ਮਿਲਦਾ ਸੀ ਇਹਨਾਂ ਨੂੰ। ਇਸ ਕਰਕੇ ਇੱਥੋਂ ਦਾ ਜਿਹੜਾ ਇਤਿਹਾਸ ਸੀ ਬਹੁਤ ਹੀ ਬਹਾਦਰੀ ਭਰਿਆ ਰਿਹਾ ਹੈ। ਠੀਕ ਹੈ, ਦੇਸ਼ ਦੀ ਜਿਹੜੀ ਆਜ਼ਾਦੀ ਲਈ ਹੈ ਪੰਜਾਬੀਆਂ ਨੇ ਬਹੁਤ ਹੀ ਵੱਡਾ ਯੋਗਦਾਨ ਪਾਇਆ ਹੈ। ਹੁਣ ਜਿਵੇਂ ਕਿ ਸ਼ਹੀਦ ਭਗਤ ਸਿੰਘ, ਸਭ ਨੂੰ ਪਤਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਕਿੰਨਾ ਵੱਡਾ ਯੋਗਦਾਨ ਪਾਇਆ ਹੈ। ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਠੀਕ ਹੈ, ਇਹਨਾਂ ਨੇ ਪੰਜਾਬ ਨੂੰ ਆਜ਼ਾਦ ਕਰਾਉਣ ਵਿੱਚ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਇਆ ਹੈ, ਜਿਸ ਦਾ ਦੇਣ ਅਸੀਂ ਅੱਜ ਤੱਕ ਨਹੀਂ ਦੇ ਸਕਦੇ। ਪੰਜਾਬ ਦੀ ਬੋਲੀ ਪੰਜਾਬੀ ਹੈ। ਇਸ ਤੋਂ ਬਾਅਦ ਹੁਣ ਅਗਲਾ ਕੀ ਦੱਸਿਆ ਗਿਆ? ਬੋਲੀ ਬਾਰੇ ਦੱਸਿਆ ਗਿਆ। ਪਹਿਲਾਂ ਪੰਜਾਬ ਰਾਜ ਬਾਰੇ ਦੱਸਿਆ ਗਿਆ ਸੀ। ਠੀਕ ਹੈ, ਫਿਰ ਕੀ ਦੱਸਿਆ ਗਿਆ ਕਿ ਪੰਜਾਬ ਕਿੱਦਾਂ ਦਾ ਰਾਜ ਹੈ? ਇੱਕ ਸਰਹੱਦੀ ਰਾਜ ਹੈ, ਜਿੱਥੇ ਕੀ ਹੋ ਗਿਆ, ਜਿਹੜੇ ਦੁਸ਼ਮਣ ਸੀ ਆਸਾਨੀ ਨਾਲ ਦੇਸ਼ ਦੇ ਅੰਦਰ, ਜਿਹੜੇ ਪੰਜਾਬ ਦੇ ਅੰਦਰ ਆ ਸਕਦੇ ਸੀ, ਜਿਸ ਕਰਕੇ ਜਿਹੜਾ ਲੋਕਾਂ ਨੂੰ ਬਹੁਤ ਹੀ ਦੁਸ਼ਮਣਾਂ ਨਾਲ ਸਾਹਮਣਾ ਕਰਨਾ ਪਿਆ। ਠੀਕ ਹੈ ਨਾ, ਤੇ ਜਿਹੜਾ ਦੇਸ਼ ਦੀ ਆਜ਼ਾਦੀ ਲਈ ਜਿਹੜੇ ਇੱਥੋਂ ਦੇ ਲੋਕਾਂ ਨੇ ਬਹੁਤ ਹੀ ਵੱਡਾ ਮਹੱਤਵਪੂਰਨ ਯੋਗਦਾਨ ਪਾਇਆ। ਠੀਕ ਹੈ, ਹੁਣ ਪੰਜਾਬ ਦੀ ਬੋਲੀ ਬਾਰੇ ਹੈ। ਇਹਨਾਂ ਸਾਰਿਆਂ ਲਈ ਸਾਨੂੰ ਆਪਣੇ ਦਿਲ ਵਿੱਚ ਪਿਆਰ ਰੱਖਣਾ ਚਾਹੀਦਾ ਹੈ, ਕਿ ਸਤਿਕਾਰ ਦੀ ਭਾਵਨਾ ਹੋਣੀ ਚਾਹੀਦੀ ਹੈ। ਹਮੇਸ਼ਾ ਇਹਨਾਂ ਨੂੰ ਆਪਣੇ ਦਿਲ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ, ਕਦੇ ਵੀ ਮਨੋਂ ਭੁਲਾਉਣਾ ਨਹੀਂ ਚਾਹੀਦਾ। ਠੀਕ ਹੈ, ਅਗਲਾ ਹੈ ਪੰਜਾਬ ਦੀ ਬੋਲੀ। ਪੰਜਾਬ ਦੀ ਬੋਲੀ ਪੰਜਾਬੀ ਹੈ। ਪੰਜਾਬੀ ਬੋਲਣ ਵਾਲੇ ਪੰਜਾਬ ਤੋਂ ਬਾਹਰ ਦੂਰ ਦੂਰ ਤੱਕ ਫੈਲੇ ਹੋਏ ਹਨ। ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੇ ਆਧਾਰ ਤੇ ਇਹ ਸੰਸਾਰ ਦੇ 10ਵੇਂ 11ਵੇਂ ਨੰਬਰ ਦੀ ਭਾਸ਼ਾ ਹੈ। ਸਾਡੇ ਗੁਰੂਆਂ, ਸੂਫੀਆਂ, ਫਕੀਰਾਂ, ਕਵੀਆਂ ਅਤੇ ਕਲਾਕਾਰਾਂ ਨੇ ਇਸ ਭਾਸ਼ਾ ਨੂੰ ਅਪਣਾ ਕੇ ਇਸ ਦਾ ਮਾਣ ਵਧਾਇਆ ਹੈ। ਅੱਜ ਪੰਜਾਬੀ ਨੂੰ ਇੱਕ ਅਮੀਰ ਭਾਸ਼ਾ ਕਰਕੇ ਜਾਣਿਆ ਜਾਂਦਾ ਹੈ। ਜਿਹੜੀ ਪੰਜਾਬ ਦੇ ਲੋਕਾਂ ਦੀ ਜਿਹੜੀ ਬੋਲੀ ਕਿਹੜੀ ਹੈ? ਪੰਜਾਬੀ ਹੈ। ਅੱਜ ਕੱਲ੍ਹ ਪੰਜਾਬੀ ਜਿਹੜੀ ਹੈ ਇਕੱਲੇ ਪੰਜਾਬ 'ਚ ਹੀ ਨਹੀਂ ਬੋਲੀ ਜਾਂਦੀ, ਕਿਉਂਕਿ ਪੰਜਾਬ ਦੇ ਲੋਕ ਬਹੁਤ ਹੀ ਅਲੱਗ-ਅਲੱਗ ਕੰਟਰੀਆਂ ਵਿੱਚ ਪਹੁੰਚ ਚੁੱਕੇ ਨੇ। ਠੀਕ ਹੈ ਨਾ, ਤੇ ਅਲੱਗ-ਅਲੱਗ ਕੰਟਰੀਆਂ ਵਿੱਚ ਜਾਣ ਕਰਕੇ ਜਿਹੜਾ ਹੈ ਕੀ ਆ, ਪੰਜਾਬ ਤੋਂ ਬਾਹਰ ਵੀ ਬੋਲੀ ਜਾਂਦੀ ਹੈ ਪੰਜਾਬੀ। ਠੀਕ ਹੈ ਨਾ, ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੇ ਆਧਾਰ ਤੇ ਇਹ ਸੰਸਾਰ ਪੂਰੇ ਵਰਲਡ ਵਿੱਚੋਂ ਕਿੰਨਵੇਂ ਨੰਬਰ ਤੇ ਆਉਂਦਾ? 10ਵੇਂ ਜਾਂ 11ਵੇਂ ਨੰਬਰ ਤੇ ਆਉਂਦਾ, ਕਿਉਂਕਿ ਜਿਹੜੇ ਪੰਜਾਬੀ ਨੇ ਅਲੱਗ-ਅਲੱਗ ਕੰਟਰੀਆਂ ਵਿੱਚ ਕਿਸੇ ਨਾ ਕਿਸੇ, ਚਾਹੇ ਜੌਬ ਕਾਰਨ ਜਾਂ ਸਟੱਡੀ ਕਾਰਨ ਗਏ ਹੋਏ ਨੇ, ਜਿਸ ਕਰਕੇ ਉਹਨਾਂ ਤੇ ਵੀ ਉਹਨਾਂ ਦਾ ਪ੍ਰਭਾਵ ਪਿਆ ਹੈ। ਸਾਡੇ ਜਿਹੜੇ ਗੁਰੂਆਂ, ਸੂਫੀਆਂ, ਫਕੀਰਾਂ, ਕਵੀਆਂ ਜਾਂ ਕਲਾਕਾਰਾਂ ਨੇ ਇਸ ਭਾਸ਼ਾ ਵਿੱਚ ਆਪਣੀ ਰਚਨਾ ਕਰਕੇ, ਕਵਿਤਾ ਲਿਖ ਕੇ ਇਸ ਭਾਸ਼ਾ ਨੂੰ ਅਪਣਾ ਕੇ ਇਸ ਦਾ ਹੋਰ ਵੀ ਮਾਣ ਵਧਾਇਆ ਹੈ। ਕਿੰਨੇ ਗ੍ਰੰਥ ਨੇ ਜਿਹੜੇ ਕਿ ਪੰਜਾਬੀ ਭਾਸ਼ਾ ਵਿੱਚ ਲਿਖੇ ਗਏ ਨੇ। ਕਈ ਸੂਫੀਆਂ ਦੁਆਰਾ ਵਰਤੀ ਗਈ ਹੈ, ਕਵੀਆਂ ਦੁਆਰਾ ਇਸ ਭਾਸ਼ਾ ਨੂੰ ਵਰਤਿਆ ਗਿਆ ਹੈ। ਅੱਜ ਪੰਜਾਬੀ ਇੱਕ ਅਮੀਰ ਭਾਸ਼ਾ ਵਜੋਂ ਜਾਣਿਆ ਜਾਂਦਾ ਹੈ। ਠੀਕ ਹੈ, ਅੱਜ ਪੰਜਾਬੀ ਨੂੰ। ਠੀਕ ਹੈ, ਅੱਗੇ ਹੈ
ਇਸ ਵਿੱਚ ਬਾਬਾ ਫਰੀਦ ਜੀ ਦੀ ਫੋਟੋ ਦਿਖਾਈ ਗਈ ਹੈ, ਬੁੱਲੇ ਸ਼ਾਹ ਜੀ ਦੀ ਫੋਟੋ ਦਿਖਾਈ ਗਈ ਹੈ, ਅੰਮ੍ਰਿਤਾ ਪ੍ਰੀਤਮ ਦੀ, ਪੂਰਨ ਸ਼ਾਹ ਕੋਟੀ ਦੀ, ਜਿਨ੍ਹਾਂ ਨੇ ਪੰਜਾਬੀ ਵਿੱਚ ਜਿਹੜੇ ਕੀ ਆ ਰਚਨਾ ਕਰਕੇ ਆਪਣੀਆਂ ਕਵਿਤਾਵਾਂ ਦੇ ਜ਼ਰੀਏ, ਆਪਣੀਆਂ ਕਾਫੀਆਂ ਦੇ ਜ਼ਰੀਏ ਜਿਹੜਾ ਕੀ ਹੈ ਪੰਜਾਬੀ ਨੂੰ ਵਰਤਿਆ ਹੈ, ਠੀਕ ਹੈ, ਤੇ ਸਾਡੇ ਦੇਸ਼ ਜਿਹੜੀ ਪੰਜਾਬੀ ਬੋਲੀ ਦਾ ਮਾਣ ਹੋਰ ਵੀ ਵਧਾਇਆ ਹੈ। ਪੰਜਾਬ ਦਾ ਅਗਲਾ ਹੈ ਟੌਪਿਕ ਜਿਹੜਾ ਹੈਗਾ ਕਿ ਲੋਕ ਨਾਚ। ਲੋਕ ਨਾਚ ਕਿਹੜਾ ਹੈ ਪੰਜਾਬ ਦਾ? ਕਿਹੜਾ ਹੈ? ਗਿੱਧਾ ਤੇ ਭੰਗੜਾ, ਠੀਕ ਹੈ ਨਾ। ਪੰਜਾਬ ਦੇ ਲੋਕ ਨਾਚ ਭੰਗੜਾ ਤੇ ਗਿੱਧਾ ਹਨ, ਠੀਕ ਹੈ। ਮਰਦਾਂ ਦੇ ਨਾਚ ਦਾ ਨਾਂ ਭੰਗੜਾ ਹੈ ਤੇ ਔਰਤਾਂ ਦੇ ਨਾਚ ਦਾ ਨਾਂ ਗਿੱਧਾ ਹੈ। ਇਹ ਨਾਚ ਕਿਸੇ ਖੁਸ਼ੀ ਦੇ ਮੌਕੇ ਉੱਤੇ ਕੀਤੇ ਜਾਂਦੇ ਹਨ। ਨੱਚਣਾ ਗਾਉਣਾ ਪੰਜਾਬੀਆਂ ਦੀ ਰੂਹ ਦੀ ਖੁਰਾਕ ਹੈ, ਠੀਕ ਹੈ। ਰੂਹ ਦੀ ਖੁਰਾਕ, ਕਿਉਂਕਿ ਹਰ ਇੱਕ ਮੌਕੇ ਤੇ ਜਦੋਂ ਵੀ ਮੌਕਾ ਮਿਲਦਾ ਪੰਜਾਬੀ ਕਦੇ ਵੀ ਨੱਚਣ ਦਾ ਮੌਕਾ ਨਹੀਂ ਛੱਡਦਾ, ਠੀਕ ਹੈ। ਭੰਗੜਾ ਪਾਉਂਦੇ ਹੋਏ ਪਹਿਲੀ ਜਿਹੜੀ ਤਸਵੀਰ ਹੈ ਭੰਗੜਾ ਪਾਉਂਦਿਆਂ ਦੀ ਹੈ ਤੇ ਇਧਰ ਮੁਟਿਆਰਾਂ ਗਿੱਧਾ ਪਾਉਂਦੀਆਂ ਦੀ, ਠੀਕ ਹੈ। ਅੱਗੇ ਹੈ ਪੰਜਾਬ ਦਾ ਕਿੱਤਾ ਕਿਹੜਾ ਹੈ? ਪੰਜਾਬ ਦਾ ਜਿਹੜਾ ਪ੍ਰਸਿੱਧ ਕਿੱਤਾ ਕਿਹੜਾ ਹੈ? ਖੇਤੀਬਾੜੀ। ਪੰਜਾਬ ਖੇਤੀਬਾੜੀ ਕਰਕੇ ਹੀ ਬਹੁਤ ਪ੍ਰਸਿੱਧ ਹੈ। ਇੱਥੋਂ ਦੀ ਧਰਤੀ ਬਹੁਤ ਉਪਜਾਊ ਹੈ, ਬੜੀ ਉਪਜਾਊ ਹੈ। ਇੱਥੇ ਕਣਕ, ਚੌਲ, ਮੱਕੀ, ਅਤੇ ਗੰਨੇ ਦੀ ਭਰਪੂਰ ਫਸਲ ਹੁੰਦੀ ਹੈ। ਭਰਪੂਰ ਦਾ ਮਤਲਬ ਬਹੁਤ ਜ਼ਿਆਦਾ ਹੁੰਦੀ ਹੈ ਫਸਲ। ਪੰਜਾਬ ਦਾ ਕੁੱਲ ਖੇਤਰਫਲ ਘੱਟ ਹੋਣ ਦੇ ਬਾਵਜੂਦ ਇਹ ਭਾਰਤ ਦੇ ਅਨਾਜ ਭੰਡਾਰਾਂ ਵਿੱਚ ਵੱਡਾ ਹਿੱਸਾ ਪਾਉਂਦਾ ਹੈ। ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਵੀ ਪੰਜਾਬੀਆਂ ਦਾ ਇੱਕ ਪ੍ਰਮੁੱਖ ਕਿੱਤਾ ਹੈ, ਠੀਕ ਹੈ। ਪੰਜਾਬ ਦਾ ਜਿਹੜਾ ਪ੍ਰਮੁੱਖ ਕਿੱਤਾ ਹੈ ਖੇਤੀਬਾੜੀ। ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਜਿਹੜਾ ਕੀ ਹੈ ਉਹ ਵੀ ਇੱਕ ਕਿੱਤੇ ਦੇ ਵਜੋਂ ਇੱਥੋਂ ਦੇ ਲੋਕਾਂ ਨੇ ਅਪਣਾਇਆ ਹੋਇਆ ਹੈ। ਪੰਜਾਬ ਦਾ ਜਿਹੜਾ ਖੇਤਰਫਲ, ਤੁਸੀਂ ਜੇਕਰ ਇੰਡੀਆ ਦਾ ਮੈਪ ਦੇਖੋਗੇ ਪੰਜਾਬ ਬਿਲਕੁਲ ਛੋਟਾ ਜਿਹਾ ਵਾ, ਬਟ ਛੋਟਾ ਹੈ ਬਟ ਅਸਰਦਾਰ ਹੈ, ਠੀਕ ਹੈ ਨਾ। ਛੋਟਾ ਜਿਹਾ ਖੇਤਰਫਲ ਹੋਣ ਦੇ ਬਾਵਜੂਦ ਵੀ ਜਿਹੜਾ ਇਹ ਇੰਨੀ ਕੁ ਜ਼ਿਆਦਾ ਪੈਦਾਵਾਰ ਹੈ ਕਿ ਸਾਰੇ ਭਾਰਤ ਨੂੰ ਇਹ ਰਜਾ ਸਕਦਾ ਹੈ ਆਪਣੇ ਅਨਾਜ ਭੰਡਾਰਾਂ ਦੇ ਜ਼ਰੀਏ। ਸਾਰੇ ਜਿਹੜਾ ਭਾਰਤ ਦੀ ਢਿੱਡ ਭਰ ਸਕਦਾ ਹੈ, ਠੀਕ ਹੈ। ਇਸ ਲਈ ਇੱਕ ਖੇਤੀਬਾੜੀ ਦੇ ਨਾਲ ਕਿਹੜਾ ਇੱਕ ਹੋਰ ਕੀਤਾ ਹੈ? ਪਸ਼ੂ ਪਾਲਣ ਦਾ ਹੈ, ਠੀਕ ਹੈ। ਅੱਗੇ ਹੈ ਮੇਲਿਆਂ। ਪੰਜਾਬ ਵਿੱਚ ਮੇਲੇ ਨਾ ਹੋਣ ਹੀ ਹੋ ਨਹੀਂ ਸਕਦਾ, ਹੈ ਨਾ। ਪੰਜਾਬੀਆਂ ਨੂੰ ਮੇਲਿਆਂ ਦਾ ਵੀ ਬੜਾ ਚਾਅ ਰਹਿੰਦਾ ਹੈ। ਪੰਜਾਬ ਵਿੱਚ ਬਹੁਤ ਸਾਰੇ ਮੇਲੇ ਵੀ ਮਨਾਏ ਜਾਂਦੇ ਹਨ। ਇਹਨਾਂ ਮੇਲਿਆਂ ਵਿੱਚ ਕਿਹੜੇ-ਕਿਹੜੇ ਮੇਲੇ ਪ੍ਰਸਿੱਧ ਨੇ? ਵਿਸਾਖੀ ਦਾ ਮੇਲਾ, ਛਪਾਰ ਦਾ ਮੇਲਾ, ਜਰਗ ਦਾ ਮੇਲਾ, ਹੋਲਾ ਮਹੱਲਾ, ਮਾਘੀ ਦਾ ਮੇਲਾ ਔਰ ਪ੍ਰੋਫੈਸਰ ਮੋਹਨ ਸਿੰਘ ਮੇਲਾ ਬਹੁਤ ਪ੍ਰਸਿੱਧ ਹੈ। ਇਸ ਤੋਂ ਇਲਾਵਾ ਪ੍ਰੋਫੈਸਰ ਜਿਹੜਾ ਮੋਹਨ ਸਿੰਘ ਜਿਹੜਾ ਮੇਲਾ ਹੈ ਉਹ ਵੀ ਬਹੁਤ ਪ੍ਰਸਿੱਧ ਹੈ। ਅੱਗੇ ਲੋਕਾਂ ਦਾ ਸੁਭਾਅ ਕਿੱਦਾਂ ਦਾ ਹੈ? ਕਿੱਦਾਂ ਦੇ ਸੁਭਾਅ ਦੇ ਮਾਲਕ ਨੇ ਲੋਕ? ਇੱਥੋਂ ਦੇ ਪੰਜਾਬੀ ਲੋਕ ਸੁਭਾਅ ਪੱਖੋਂ ਬੜੇ ਖੁੱਲ੍ਹ ਦਿਲੇ, ਖੁਸ਼ ਮਿਜਾਜ ਅਤੇ ਦੂਜਿਆਂ ਦੇ ਕੰਮ ਆਉਣ ਵਾਲੇ ਹਨ। ਲੋੜਵੰਦਾਂ ਲਈ ਲੰਗਰ ਲਗਾਉਣੇ, ਛਬੀਲਾਂ ਲਗਾਉਣੀਆਂ, ਦੂਜਿਆਂ ਦੀ ਖੁੱਲ੍ਹੇ ਦਿਲ ਨਾਲ ਮਦਦ ਕਰਨਾ ਇਹਨਾਂ ਦਾ ਮੁੱਢ ਕਦੀਮੀ ਸੁਭਾਅ ਰਿਹਾ ਹੈ। ਪੰਜਾਬੀ ਜਿਹੜੇ ਨੇ ਬਹੁਤ ਹੀ ਖੁੱਲ੍ਹ ਦਿਲੇ ਨੇ ਔਰ ਖੁਸ਼ ਮਿਜਾਜ ਨੇ, ਦੂਜਿਆਂ ਦੀ ਹਮੇਸ਼ਾ ਮਦਦ ਕਰਦੇ ਨੇ। ਇਹਨਾਂ ਮਦਦ ਕਰਨ ਦੇ ਜਿਹੜੇ ਸੁਭਾਅ ਦੇ ਕਰਕੇ ਉਹ ਲੰਗਰ ਲਗਾਉਂਦੇ ਨੇ, ਠੀਕ ਹੈ। ਛਬੀਲ ਲਗਾਉਣਾ, ਛਬੀਲ ਹੁੰਦਾ ਲੋਕਾਂ ਦੇ ਪਾਣੀ, ਠੰਡਾ ਮਿੱਠਾ ਜਿਹੜਾ ਪਾਣੀ ਪਿਲਾਉਣਾ, ਤੇ ਲੋਕਾਂ ਦੀ ਜਿਹੜੀ ਕੀ ਹੈ ਖੁੱਲ੍ਹੇ ਦਿਲ ਨਾਲ ਮਦਦ ਕਰਦੇ ਆ। ਮੁੱਢ ਕਦੀਮੀ ਮਤਲਬ ਸ਼ੁਰੂ ਤੋਂ ਹੀ ਇਹਨਾਂ ਦਾ ਸੁਭਾਅ ਰਿਹਾ ਹੈ। ਹਾਂਜੀ, ਇਸ ਤੋਂ ਅੱਗੇ ਨੇ ਮੌਖਿਕ ਪ੍ਰਸ਼ਨ। ਇਸ ਤੋਂ ਬਾਅਦ ਕੁਝ ਔਰਲ ਕੁਐਸਚਨਸ ਨੇਗੇ। ਵੈਸੇ ਤਾਂ ਇਹ ਮੌਖਿਕ ਪ੍ਰਸ਼ਨ ਨੇ ਜਿਨ੍ਹਾਂ ਦੇ ਆਪਾਂ ਆਨਸਰ ਬੋਲ ਕੇ ਹੀ ਦੱਸਣੇ ਹੁੰਦੇ ਆ, ਜਿਨ੍ਹਾਂ ਦੇ ਉੱਤਰ, ਪਰੰਤੂ ਮੈਂ ਫਿਰ ਵੀ ਇਹਨਾਂ ਨੂੰ ਲਿਖ ਕੇ ਵੀ ਇੱਕ ਵਾਰੀ ਤੁਹਾਨੂੰ ਪੇਸ਼ ਕਰਾਂਗੀ, ਠੀਕ ਹੈ ਨਾ। ਲਿਖ ਕੇ ਵੀ ਦਵਾਂਗੀ, ਜੇਕਰ ਤੁਸੀਂ ਇਹਨਾਂ ਨੂੰ ਨੋਟ ਕਰਨਾ ਹੈ ਤਾਂ ਨੋਟ ਵੀ ਕਰ ਸਕਦੇ ਹੋ, ਠੀਕ ਹੈ। ਪਹਿਲਾ ਕੁਐਸਚਨ ਹੈ, ਪੰਜਾਬ ਵਿੱਚ ਪਹਿਲਾਂ ਕਿੰਨੇ ਦਰਿਆ ਸਨ? ਤਾਂ ਕਿੰਨੇ ਸੀ ਆਪਾਂ ਪਿੱਛੇ ਪੜਿਆ ਹੈ। ਪੰਜਾਬ ਆਨਸਰ ਹੈ ਦਾ ਪੰਜਾਬ ਵਿੱਚ ਪਹਿਲਾਂ 5 ਦਰਿਆ ਸਨ। ਉਹ ਸਨ ਸਤਲੁਜ, ਬਿਆਸ, ਰਾਵੀ, ਚਨਾਬ, ਜਿਹਲਮ, ਠੀਕ ਹੈ, ਅਤੇ ਜਿਹਲਮ। ਪ੍ਰਸ਼ਨ ਨੰਬਰ 2 ਹੈ, ਕੁਐਸਚਨ ਨੰਬਰ 2, ਪੰਜਾਬ ਵਿੱਚ ਅੱਜ ਕੱਲ ਕਿਹੜੇ 3 ਦਰਿਆ ਹਨ? ਤਾਂ ਆਨਸਰ ਹੈ ਪੰਜਾਬ ਵਿੱਚ ਅੱਜ ਕੱਲ 3 ਦਰਿਆ ਸਤਲੁਜ, ਬਿਆਸ ਅਤੇ ਰਾਵੀ ਹਨ। ਤੀਸਰਾ ਪ੍ਰਸ਼ਨ ਹੈ, ਪੰਜਾਬ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਤਾਂ ਕਿਹੜੀ ਬੋਲੀ ਜਾਂਦੀ ਹੈ? ਪੰਜਾਬੀ। ਪੰਜਾਬ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ। ਚੌਥਾ ਪ੍ਰਸ਼ਨ ਹੈ, ਪੰਜਾਬ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਹੁੰਦੀਆਂ ਹਨ? ਤਾਂ ਆਨਸਰ ਹੈ ਪੰਜਾਬ ਵਿੱਚ ਕਣਕ, ਚੌਲ, ਮੱਕੀ ਅਤੇ ਗੰਨੇ ਦੀਆਂ ਫਸਲਾਂ ਭਰਪੂਰ ਹੁੰਦੀਆਂ ਹਨ, ਜਾਂ ਫਸਲਾਂ ਹੁੰਦੀਆਂ ਹਨ ਵੀ ਲਿਖ ਸਕਦੇ ਹੋ, ਠੀਕ ਹੈ। ਪ੍ਰਸ਼ਨ ਨੰਬਰ 5, ਪੰਜਾਬੀਆਂ ਦੇ ਪ੍ਰਮੁੱਖ ਕਿੱਤੇ ਕਿਹੜੇ-ਕਿਹੜੇ ਹਨ? ਪੰਜਾਬੀਆਂ ਦੇ ਪ੍ਰਮੁੱਖ ਕਿੱਤੇ ਖੇਤੀਬਾੜੀ ਅਤੇ
ਪਸ਼ੂ ਪਾਲਣ ਹਨ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 6 ਪੰਜਾਬ ਦੇ ਪ੍ਰਮੁੱਖ ਮੇਲੇ ਕਿਹੜੇ-ਕਿਹੜੇ ਹਨ? ਆਨਸਰ ਹੈ ਪੰਜਾਬ ਦੇ ਪ੍ਰਮੁੱਖ ਮੇਲੇ ਵਿਸਾਖੀ ਦਾ ਮੇਲਾ, ਛਪਾਰ ਦਾ ਮੇਲਾ, ਜਰਗ ਦਾ ਮੇਲਾ, ਹੋਲਾ ਮਹੱਲਾ, ਮਾਘੀ ਦਾ ਮੇਲਾ, ਪ੍ਰੋਫੈਸਰ ਮੋਹਨ ਸਿੰਘ ਮੇਲਾ ਆਦਿ ਪ੍ਰਮੁੱਖ ਹਨ। ਅਗਲਾ ਪ੍ਰਸ਼ਨ ਹੈ ਕੁਐਸਚਨ ਨੰਬਰ 7 ਪੰਜਾਬੀਆਂ ਦਾ ਸੁਭਾਅ ਕਿਹੋ ਜਿਹਾ ਹੈ? ਤਾਂ ਆਨਸਰ ਹੈ ਪੰਜਾਬੀ ਲੋਕ ਖੁੱਲੇ ਦਿਲ ਵਾਲੇ, ਖੁਸ਼ ਮਿਜਾਜ ਅਤੇ ਦੂਜਿਆਂ ਦੀ ਮਦਦ ਕਰਨ ਵਾਲੇ ਹਨ। ਪ੍ਰਸ਼ਨ ਨੰਬਰ 8 ਤੁਹਾਨੂੰ ਪੰਜਾਬ ਕਿਹੋ ਜਿਹਾ ਲੱਗਦਾ ਹੈ? ਆਨਸਰ ਹੈ ਸਾਨੂੰ ਪੰਜਾਬ ਬਹੁਤ ਸੋਹਣਾ ਲੱਗਦਾ ਹੈ, ਸਾਨੂੰ ਇਸ ਉੱਪਰ ਬਹੁਤ ਮਾਣ ਹੈ। ਇਹ ਸੀ ਕੁਐਸਚਨ ਆਨਸਰ। ਅੱਗੇ ਹੈ ਪਹਿਲਾਂ ਸੀਗਾ ਆਪਣੇ ਰਾਜ ਨਾਲ ਪਿਆਰ, ਆੜਾ ਭਾਗ ਹੈ ਮਾਂ ਬੋਲੀ ਨਾਲ ਪਿਆਰ। ਇਸ ਤੋਂ ਬਾਅਦ ਜਿਹੜਾ ਦੂਸਰਾ ਪੁਆਇੰਟ ਹੈ ਕਨਸੈਪਟ ਹੈ ਉਹ ਹੈਗਾ ਮਾਂ ਬੋਲੀ ਦੇ ਨਾਲ ਪਿਆਰ। ਮਾਂ ਬੋਲੀ ਪਹਿਲਾਂ ਦੇਖੋ ਕਿੰਨੀ ਸੋਹਣੀ ਫੋਟੋ ਬਣਾਈ ਹੈ, ਮਾਂ ਬੋਲੀ ਊੜਾ ਆੜਾ ਈੜੀ ਲਿਖਿਆ ਜੀ ਠੀਕ ਹੈ ਨਾ। ਇਸ ਤੋਂ ਬਾਅਦ ਸਾਲਾ ਵਧੇ ਫੁੱਲੇ ਕੋਈ ਪੰਜਾਬੀ ਕਿਵੇਂ ਭੁੱਲੇ, ਠੀਕ ਹੈ। ਇਸ ਤੋਂ ਬਾਅਦ ਇੱਕ ਵਾਰਤਾਲਾਪ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਦੇ ਨਾਲ ਕਿਵੇਂ ਪਿਆਰ ਕਰਨਾ ਚਾਹੀਦਾ ਹੈ, ਠੀਕ ਹੈ। ਇਸ ਵਿੱਚ ਇੱਕ ਉਦਾਹਰਨ ਦਿੱਤੀ ਗਈ ਹੈ, ਐਗਜ਼ਾਮਪਲ ਦੇ ਜ਼ਰੀਏ ਸਮਝਾਇਆ ਗਿਆ ਹੈ। ਸਭ ਤੋਂ ਪਹਿਲਾਂ ਹੈ ਅਧਿਆਪਕ ਕੀ ਕਹਿ ਰਿਹਾ ਹੈ, ਬੱਚਿਓ ਅੱਜ ਅਸੀਂ ਮਾਂ ਬੋਲੀ ਬਾਰੇ ਗੱਲ ਕਰਾਂਗੇ। ਅਧਿਆਪਕ ਜਿਹੜਾ ਕਲਾਸ ਵਿੱਚ ਕਹਿ ਰਿਹਾ ਕਿ ਅਸੀਂ ਅੱਜ ਮਾਂ ਬੋਲੀ ਬਾਰੇ ਗੱਲ ਕਰਾਂਗੇ। ਅੰਕੁਰ ਸਰ ਮਾਂ ਬੋਲੀ ਕੀ ਹੁੰਦੀ ਹੈ? ਅਧਿਆਪਕ ਬੱਚਿਓ ਮਾਂ ਬੋਲੀ ਉਹ ਹੁੰਦੀ ਹੈ ਜਿਹੜੀ ਬੱਚਾ ਸ਼ੁਰੂ ਤੋਂ ਹੀ ਆਪਣੇ ਮਾਤਾ ਪਿਤਾ ਜਾਂ ਆਪਣੇ ਪਰਿਵਾਰ ਤੋਂ ਸਿੱਖਦਾ ਹੈ, ਠੀਕ ਹੈ। ਟੀਚਰ ਨੇ ਦੱਸਿਆ ਕਿ ਅੱਜ ਆਪਾਂ ਮਾਂ ਬੋਲੀ ਬਾਰੇ ਪੜਾਂਗੇ ਤਾਂ ਬੱਚੇ ਨੇ ਕੀ ਪਹਿਲਾ ਕੁਐਸਚਨ ਕੀਤਾ ਕਿ ਮਾਂ ਬੋਲੀ ਇਹ ਕੀ ਹੁੰਦੀ ਹੈ, ਠੀਕ ਹੈ। ਤਾਂ ਉਸਨੇ ਕੀ ਕਿਹਾ ਕਿ ਜਿਹੜਾ ਆਪਾਂ ਸ਼ੁਰੂ ਤੋਂ ਹੀ ਆਪਣੀ ਮਾਂ ਬੋਲੀ ਆਪਣੇ ਮਾਤਾ ਪਿਤਾ ਜਾਂ ਆਪਣੇ ਪਰਿਵਾਰ ਤੋਂ ਸਿੱਖਦੇ ਹਾਂ ਉਸਨੂੰ ਕੀ ਬੋਲਦੇ ਆ ਮਾਂ ਬੋਲੀ। ਤਾਂ ਬਲਜੀਤ ਵਿੱਚ ਦੇ ਵਰਡਸ ਨੇ ਸਰ ਜੇ ਬੱਚਾ ਮਾਤਾ ਪਿਤਾ ਜਾਂ ਪਰਿਵਾਰ ਸਾਰਿਆਂ ਤੋਂ ਸਿੱਖਦਾ ਹੈ ਤਾਂ ਫਿਰ ਇਸ ਨੂੰ ਮਾਂ ਬੋਲੀ ਕਿਉਂ ਕਹਿੰਦੇ ਨੇ? ਤਾਂ ਜਿਹੜਾ ਬਲਜੀਤ ਸਿੰਘ ਜਦੋਂ ਜਿਹੜੀ ਅਧਿਆਪਕ ਨੇ ਦੱਸਿਆ ਕਿ ਮਾਂ ਬੋਲੀ ਮਾਤਾ ਪਿਤਾ ਜਾਂ ਆਪਣੇ ਪਰਿਵਾਰ ਤੋਂ ਸਿੱਖਦਾ ਹੈ ਤਾਂ ਉਹਨਾਂ ਨੇ ਕੀ ਕਿਹਾ ਵੀ ਜੇ ਪਰਿਵਾਰ ਜਾਂ ਸਾਰਿਆਂ ਤੋਂ ਸਿੱਖਦਾ ਤਾਂ ਇਹਨੂੰ ਮਾਂ ਬੋਲੀ ਹੀ ਕਿਉਂ ਕਿਹਾ ਜਾਂਦਾ ਹੈ? ਤਾਂ ਅਧਿਆਪਕ ਨੇ ਕੀ ਕਿਹਾ, ਹਾਂ ਬਈ ਬਲਜੀਤ ਤੂੰ ਬੜਾ ਸੋਹਣਾ ਸਵਾਲ ਪੁੱਛਿਆ ਹੈ। ਅਸਲ ਵਿੱਚ ਬੱਚਾ ਸ਼ੁਰੂ ਵਿੱਚ ਹੀ ਸਭ ਤੋਂ ਵੱਧ ਸਮਾਂ ਮਾਂ ਕੋਲ ਹੀ ਰਹਿੰਦਾ ਹੈ, ਸ਼ਾਇਦ ਤਾਂ ਹੀ ਇਸ ਦਾ ਨਾਮ ਮਾਂ ਬੋਲੀ ਪੈ ਗਿਆ ਹੋਵੇਗਾ, ਕਿਉਂਕਿ ਬੱਚਾ ਜ਼ਿਆਦਾਤਰ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਹੀ ਕੰਟੈਕਟ 'ਚ ਆਉਂਦਾ ਹੈ, ਮਾਂ ਦੇ ਕੋਲ ਹੀ ਜ਼ਿਆਦਾ ਸਮਾਂ ਜਿਹੜਾ ਹੈ ਉਹ ਬਤੀਤ ਕਰਦਾ ਹੈ, ਇਸ ਕਰਕੇ ਇਸ ਦਾ ਨਾਮ ਮਾਂ ਬੋਲੀ ਪੈ ਗਿਆ ਹੈ। ਅੱਗੇ ਹੈ ਚੰਦਨ ਕੀ ਕਹਿ ਰਿਹਾ, ਸਰ ਹਰਭਜਨ ਮਾਨ ਦਾ ਇੱਕ ਗੀਤ ਹੈ ਮੈਨੂੰ ਇਉਂ ਨਾ ਮਨੋ ਵਿਸਾਰ ਵੀ ਮੈਂ ਤੇਰੀ ਮਾਂ ਦੀ ਬੋਲੀ ਹਾਂ। ਇੱਕ ਹਰਭਜਨ ਮਾਨ ਦਾ ਉਹਨੇ ਦੱਸਿਆ ਬੱਚੇ ਗਾਣਿਆਂ ਨੂੰ ਜ਼ਿਆਦਾ ਫੋਲੋ ਕਰਦੇ ਨੇ ਤਾਂ ਉਸ ਬੱਚੇ ਨੇ ਦੱਸਿਆ ਕਿ ਇੱਕ ਹਰਭਜਨ ਮਾਨ ਦਾ ਗਾਣਾ ਸੀ ਜਿਹੜਾ ਕਿ ਸੀ ਬੱਚੋ ਕੀ ਦੱਸਿਆ ਉਹਨਾਂ ਨੇ, ਮੈਨੂੰ ਇਉਂ ਨਾ ਮਨੋ ਵਿਸਾਰ ਵੀ ਮੈਂ ਤੇਰੀ ਮਾਂ ਦੀ ਬੋਲੀ ਹਾਂ, ਠੀਕ ਹੈ। ਬਹੁਤ ਹੀ ਸੋਹਣਾ ਗਾਣਾ ਸੀਗਾ, ਸਾਰੇ ਬੱਚਿਆਂ ਨੇ ਜ਼ਰੂਰ ਸੁਣਨਾ ਜੇਕਰ ਨਹੀਂ ਸੁਣਿਆ, ਠੀਕ ਹੈ। ਅਧਿਆਪਕ ਕਹਿੰਦਾ ਸ਼ਾਬਾਸ਼ ਪੁੱਤ ਤੂੰ ਬੜੇ ਸੋਹਣੇ ਗਾਣੇ ਦਾ ਚੇਤਾ ਕਰਾਇਆ ਹੈ। ਅੱਗੇ ਬਲਜੀਤ ਕੀ ਕਹਿ ਰਿਹਾ ਹੈ, ਫਿਰ ਜਦੋਂ ਇੱਕ ਬੱਚੇ ਨੇ ਦੱਸਿਆ ਨਾ ਵੀ ਉਹ Song ਉਹਦੇ ਨਾਲ ਰਿਲੇਟਡ ਸੀ ਤਾਂ ਦੂਜੇ ਬੱਚੇ ਵੀ ਗਾਣਿਆਂ ਦੀ ਗੱਲ ਕਰ ਰਹੇ ਨੇ ਕਿ ਕਿਹੜਾ Song ਸੀ। ਬਲਜੀਤ ਕਹਿ ਰਿਹਾ ਸਰ ਸਤਿੰਦਰ ਸਰਤਾਜ ਦਾ ਵੀ ਇੱਕ ਗੀਤ ਹੈ ਮੈਂ ਗੁਰਮੁਖੀ ਦਾ ਬੇਟਾ, ਇਹ ਵੀ ਗਾਣਾ ਬਹੁਤ ਸੋਹਣਾ ਹੈ, ਇਹ ਵੀ ਤੁਸੀਂ ਸਾਰਿਆਂ ਨੇ ਜ਼ਰੂਰ ਸੁਣਨਾ ਹੈ, ਠੀਕ ਹੈ ਜੀ। ਠੀਕ ਹੈ, ਉਹ ਦੂਸਰੇ ਬੱਚੇ ਨੇ ਦੱਸਿਆ ਕਿ ਇੱਕ ਸਤਿੰਦਰ ਸਰਤਾਜ ਦਾ ਗਾਣਾ ਹੈ ਮੈਂ ਗੁਰਮੁਖੀ ਦਾ ਬੇਟਾ, ਉਹ ਵੀ ਬਹੁਤ ਸੋਹਣਾ ਹੈ। ਅਧਿਆਪਕ ਕਹਿੰਦਾ ਹਾਂ ਪੁੱਤ ਉਹ ਵੀ ਬੜਾ ਸੋਹਣਾ ਗੀਤ ਹੈ, ਤੁਸੀਂ ਬੜੇ ਸੋਹਣੇ ਗੀਤ ਸੁਣਦੇ ਹੋ ਪੁੱਤ। ਇਹਨਾਂ ਦੋਹਾਂ ਗੀਤਾਂ ਵਿੱਚ ਮਾਂ ਬੋਲੀ ਦੀ ਮਹੱਤਤਾ ਦੱਸੀ ਗਈ ਹੈ, ਮਾਂ ਬੋਲੀ ਨੂੰ ਪਿਆਰ ਕਰਨ ਦਾ ਸੁਨੇਹਾ ਦਿੱਤਾ ਹੈ। ਸਵਿਤਾ ਕਹਿ ਰਹੀ ਹੈ ਸਰ ਸਾਡੀ ਮਾਂ ਬੋਲੀ ਤਾਂ ਪੰਜਾਬੀ ਹੈ ਨਾ। ਉਸਨੇ ਪੁੱਛਿਆ ਕਿ ਸਾਡੀ ਮਾਂ ਬੋਲੀ ਜਿਹੜੀ ਪੰਜਾਬੀ ਹੈ, ਹਾਂ ਜੀ ਸਾਡੀ ਮਾਂ ਬੋਲੀ ਪੰਜਾਬੀ ਹੈ ਸਰ। ਫਿਰ ਗੁਰਮੁਖੀ ਕੀ ਹੈ, ਕਿਉਂਕਿ ਉਹਨੇ ਦੱਸਿਆ ਨਾ ਮੈਂ ਗੁਰਮੁਖੀ ਦਾ ਬੇਟਾ, ਤਾਂ ਉਹਨਾਂ ਨੇ ਕਿਹਾ ਕਿ ਸਾਡੀ ਮਾਂ ਬੋਲੀ ਤਾਂ ਪੰਜਾਬੀ ਹੈ ਤਾਂ ਗੁਰਮੁਖੀ ਕੀ ਹੈ, ਠੀਕ ਹੈ। ਤਾਂ ਅਧਿਆਪਕ ਕੀ ਕਹਿੰਦਾ ਹੈ ਪੁੱਤ ਗੁਰਮੁਖੀ ਪੰਜਾਬੀ ਭਾਸ਼ਾ ਦੀ ਲਿਪੀ ਹੈ,
ਗੁਰਮੁਖੀ ਕੀ ਹੈ? ਪੰਜਾਬੀ ਭਾਸ਼ਾ ਦੀ ਲਿਪੀ ਹੈ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਹਨ ਉਹਨਾਂ ਸਾਰਿਆਂ ਚਿੰਨ੍ਹਾਂ ਨੂੰ ਲਿਪੀ ਕਹਿੰਦੇ ਨੇ। ਠੀਕ ਹੈ, ਜਿਵੇਂ ਸਿਆਰੀ, ਵਿਹਾਰੀ, ਕੰਨਾ, ਟਿੱਪੀ, ਬਿੰਦੀ, ਇਹ ਸਾਰੇ ਕੀ ਹੁੰਦੇ ਨੇ? ਚਿੰਨ੍ਹ। ਇਹਨਾਂ ਚਿੰਨ੍ਹਾਂ ਨੂੰ ਹੀ ਕੀ ਕਹਿੰਦੇ ਨੇ? ਇਹਨਾਂ ਸਾਰੇ ਚਿੰਨ੍ਹਾਂ ਨੂੰ ਹੀ ਲਿਪੀ ਕਹਿੰਦੇ। ਜਦੋਂ ਇਹਨਾਂ ਚਿੰਨ੍ਹਾਂ ਨੂੰ ਆਪਾਂ ਮਿਲਾ ਕੇ ਇੱਕ ਲਾਈਨ ਲਿਖਦੇ ਹਾਂ ਤਾਂ ਉਹ ਗੁਰਮੁਖੀ ਭਾਸ਼ਾ ਦੀ ਲਿਪੀ, ਗੁਰਮੁਖੀ ਲਿਪੀ ਬਣਦੀ ਹੈ। ਠੀਕ ਹੈ, ਜਿਵੇਂ ਊੜਾ, ਐੜਾ, ਈੜੀ, ਸਿਹਾਰੀ, ਬਿਹਾਰੀ, ਬਿੰਦੀ, ਟਿੱਪੀ, ਜਿਹੜੇ ਚਿੰਨ੍ਹ ਵੀ ਲਿਖਣ ਲਈ ਵਰਤੇ ਜਾਂਦੇ ਹਨ ਉਹਨਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਪੰਜਾਬੀ ਲਿਖਣ ਲਈ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ। ਠੀਕ ਹੈ, ਪੰਜਾਬੀ ਲਿਖਣ ਲਈ ਗੁਰਮੁਖੀ ਕੀ ਹੈ? ਇੱਕ ਲਿਪੀ ਹੈ ਜਿਹੜੀ ਪੰਜਾਬੀ ਦੀ ਹੈ, ਜਿਸ ਵਿੱਚ ਅਸੀਂ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ ਲਿਖਣ ਲਈ, ਉਸਨੂੰ ਲਿਪੀ ਕਿਹਾ ਜਾਂਦਾ। ਜਿਹੜੀ ਪੰਜਾਬੀ ਹੈ ਉਹਦੀ ਲਿਪੀ ਕਿਹੜੀ ਹੈ? ਗੁਰਮੁਖੀ। ਇਸ ਤੋਂ ਇਲਾਵਾ ਹਿੰਦੀ ਦੀ ਲਿਪੀ ਕਿਹੜੀ ਹੈ? ਦੇਵਨਾਗਰੀ। ਸਵਿਤਾ ਕਹਿੰਦੀ ਸਰ ਕਈ ਹਿੰਦੀ ਫਿਲਮਾਂ ਵਿੱਚ ਵੀ ਪੰਜਾਬੀ ਗੀਤ ਕਿਉਂ ਹੁੰਦੇ ਨੇ? ਹੁਣ ਦੇਖਿਆ ਨਾ, ਜ਼ਿਆਦਾਤਰ ਇਹ ਟ੍ਰੈਂਡ ਹੀ ਬਣ ਚੁੱਕਿਆ ਕਿ ਹਰ ਹਿੰਦੀ ਫਿਲਮ ਵਿੱਚ ਇੱਕ ਪੰਜਾਬੀ ਗੀਤ ਜ਼ਰੂਰ ਹੁੰਦਾ। ਤਾਂ ਉਸਨੇ ਪੁੱਛਿਆ ਕਿ ਹਿੰਦੀ ਫਿਲਮਾਂ ਵਿੱਚ ਜਿਹੜਾ ਪੰਜਾਬੀ ਗੀਤ ਜ਼ਿਆਦਾ ਕਿਉਂ ਹੁੰਦੇ ਨੇ? ਤਾਂ ਅਧਿਆਪਕ ਕਹਿੰਦਾ ਹੈ ਬੱਚਿਓ ਪੰਜਾਬੀ ਬੜੀ ਪ੍ਰਸਿੱਧ ਭਾਸ਼ਾ ਹੈ। ਬੋਲਣ ਵਾਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਇਹ ਸੰਸਾਰ ਦੀ ਕੋਈ 10ਵੇਂ 11ਵੇਂ ਨੰਬਰ ਦੀ ਭਾਸ਼ਾ ਹੈ। ਦੁਨੀਆ ਦੇ ਕੋਈ 160 ਤੋਂ ਵੱਧ ਦੇਸ਼ਾਂ ਵਿੱਚ ਪੰਜਾਬੀ ਲੋਕ ਪੁੱਜ ਚੁੱਕੇ ਨੇ। ਜਦੋਂ ਕਿਸੇ ਹਿੰਦੀ ਫਿਲਮ ਵਿੱਚ ਪੰਜਾਬੀ ਗੀਤ ਹੁੰਦਾ ਹੈ ਤਾਂ ਕਈ ਪੰਜਾਬੀ ਬੰਦੇ ਉਸ ਫਿਲਮ ਨੂੰ ਦੇਖਣਾ ਚਾਹੁੰਦੇ ਨੇ। ਹਿੰਦੀ ਫਿਲਮਾਂ ਵਾਲੇ ਆਪਣੀਆਂ ਫਿਲਮਾਂ ਨੂੰ ਹੋਰ ਮਸ਼ਹੂਰ ਕਰਨ ਲਈ ਫਿਲਮ ਵਿੱਚ ਕਈ ਵਾਰੀ ਪੰਜਾਬੀ ਗੀਤ ਪਾ ਦਿੰਦੇ ਨੇ। ਇਹ ਕਿਉਂ ਕਿਹਾ ਗਿਆ? ਉਸਨੇ ਪੁੱਛਿਆ ਕਿ ਹਿੰਦੀ ਫਿਲਮਾਂ ਵਿੱਚ ਪੰਜਾਬੀ ਗੀਤ ਕਿਉਂ ਆਉਂਦੇ ਨੇ? ਇਹ ਕੀ ਹੁੰਦਾ? ਆਪਣੀ ਫਿਲਮ ਲਈ ਫਿਲਮ ਵੱਲ ਨੂੰ ਖਿੱਚਣ ਲਈ, ਤਾਂ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਉਸ ਫਿਲਮਾਂ ਨੂੰ ਦੇਖਣ। ਤਾਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਪੰਜਾਬੀ ਨੇ ਦੁਨੀਆ ਦੇ ਅਲੱਗ-ਅਲੱਗ ਕੋਨੇ-ਕੋਨੇ 'ਚ ਜਿੰਨੇ ਵੀ ਦੇਸ਼ ਨੇ ਉਹਨਾਂ 'ਚ ਜ਼ਿਆਦਾਤਰ ਪਹੁੰਚ ਚੁੱਕੇ, 160 ਤੋਂ ਵੱਧ ਦੇਸ਼ਾਂ ਵਿੱਚ ਪਹੁੰਚ ਚੁੱਕੇ ਨੇ, ਤੇ ਉਹ ਆਪਣੀ ਪੰਜਾਬੀ ਬੋਲੀ ਨਾਲ ਉਹਨਾਂ 'ਤੇ ਪ੍ਰਭਾਵ ਪਾਉਣ ਲਈ ਹਿੰਦੀ ਫਿਲਮਾਂ ਵਿੱਚ ਇਹ ਗਾਣਾ ਪਾਉਂਦੇ ਨੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਉਹਨਾਂ ਦੀਆਂ ਫਿਲਮਾਂ ਨੂੰ ਦੇਖਣ। ਠੀਕ ਹੈ, ਆਪਣੀ ਇੱਕ ਤਰ੍ਹਾਂ ਨਾਲ ਐਡਵਰਟਾਈਜ਼ਮੈਂਟ ਦੇ ਰਹੇ ਨੇ ਕਿ ਆ ਕੇ ਫਿਲਮ ਨੂੰ ਦੇਖੋ। ਠੀਕ ਹੈ ਜੀ, ਅੱਗੇ ਭਾਰਤੀ ਸਰ ਸਾਡੇ ਘਰ ਵਿੱਚ ਸਾਰੇ ਹਿੰਦੀ ਬੋਲਦੇ ਨੇ। ਸਾਡਾ ਪੱਕਾ ਘਰ ਯੂਪੀ ਵਿੱਚ ਹੈ। ਸਾਡੇ ਰਿਸ਼ਤੇਦਾਰ ਵੀ ਹਿੰਦੀ ਬੋਲਦੇ ਨੇ। ਠੀਕ ਹੈ, ਭਾਰਤੀ ਕਹਿ ਰਹੀ ਹੈ ਕਿ ਸਾਡੇ ਘਰੇ ਸਾਰੇ ਹਿੰਦੀ ਬੋਲਦੇ ਨੇ। ਸਾਡਾ ਜਿਹੜਾ ਪੱਕਾ ਘਰ ਯੂਪੀ 'ਚ, ਕਈ ਨੇ ਹੈਗੇ ਨਾ ਜਿਹੜੇ ਯੂਪੀ ਤੋਂ ਆ ਕੇ ਲੋਕ ਪੰਜਾਬ ਵਿੱਚ ਵਸ ਚੁੱਕੇ ਨੇ, ਪਰ ਉਹ ਹੁਣ ਪੰਜਾਬੀ ਬੋਲਦੇ ਨੇ, ਪਰ ਉਹਨਾਂ ਦੇ ਜਿਹੜੇ ਪੁਰਾਣੇ ਘਰ ਦੇ ਨੇਗੇ ਉਹ ਹਿੰਦੀ ਹੀ ਬੋਲਦੇ ਨੇ। ਉਹ ਕੀ ਕਹਿੰਦੇ ਨੇ? ਅਧਿਆਪਕ ਬੇਟੇ ਤੁਹਾਡੀ ਮਾਂ ਬੋਲੀ ਕਿਹੜੀ ਹੈ? ਫਿਰ ਹਿੰਦੀ ਹੋਈ। ਮਾਂ ਬੋਲੀ ਫਿਰ ਉਹਨਾਂ ਦੀ ਕਿਹੜੀ ਹੋਈ? ਹਿੰਦੀ ਹੋਈ। ਕੋਈ ਨਾ, ਹਿੰਦੀ ਅਤੇ ਪੰਜਾਬੀ ਦੋਵੇਂ ਭੈਣਾਂ ਨੇ। ਹਰ ਇੱਕ ਮਨੁੱਖ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੋਣਾ ਚਾਹੀਦਾ ਹੈ। ਮਾਂ ਬੋਲੀ ਦਾ ਸਾਡੇ ਦਿਲ ਅਤੇ ਦਿਮਾਗ ਵਿੱਚ ਬੜਾ ਡੂੰਘਾ ਅਤੇ ਪਿਆਰਾ ਰਿਸ਼ਤਾ ਹੁੰਦਾ ਹੈ। ਮਾਂ ਬੋਲੀ ਵਿੱਚ ਸੁਣੀ ਅਤੇ ਪੜ੍ਹੀ ਗੱਲ ਆਸਾਨੀ ਨਾਲ ਸਮਝ ਆ ਜਾਂਦੀ ਹੈ। ਠੀਕ ਹੈ, ਜਿਹੜੀ ਵੀ ਕਿਸੇ ਵੀ ਵਿਅਕਤੀ ਦੀ ਜਿਹੜੀ ਵੀ ਮਾਂ ਬੋਲੀ ਹੋਏਗੀ, ਚਾਹੇ ਹਿੰਦੀ ਹੋਵੇ, ਪੰਜਾਬੀ ਹੋਵੇ, ਜਿਹੜੀ ਉਸ ਭਾਸ਼ਾ ਵਿੱਚ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਜਲਦੀ ਸਮਝ ਆ ਜਾਂਦੀ ਹੈ, ਜਲਦੀ ਹੀ ਉਹਦੇ ਨਾਲ ਦਿਮਾਗ ਵਿੱਚ ਬੈਠ ਜਾਂਦੀ ਹੈ। ਬਲਜੀਤ ਹਾਂਜੀ ਸਰ ਇਹ ਤਾਂ ਹੈ। ਅਧਿਆਪਕ ਪਰ ਬੱਚਿਓ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਅਸੀਂ ਹੋਰ ਭਾਸ਼ਾਵਾਂ ਨਹੀਂ ਸਿੱਖਣੀਆਂ। ਬਸ ਇੰਨਾ ਯਾਦ ਰੱਖਣਾ ਹੈ ਕਿ ਮਾਂ ਬੋਲੀ ਨੂੰ ਭੁਲਾ ਕੇ ਹੋਰ ਭਾਸ਼ਾਵਾਂ ਨਹੀਂ ਸਿੱਖਣੀਆਂ। ਹਰਭਜਨ ਮਾਨ ਇਹੋ ਕਹਿ ਰਿਹਾ ਹੈ ਨਾ, ਮੈਨੂੰ ਇਉਂ ਨਾ ਮਨੋ ਵਿਸਾਰ। ਠੀਕ ਹੈ, ਇਸ ਵਿੱਚ ਕੀ ਕਹਿੰਦੇ ਸਰ, ਜਿਹੜਾ ਅਧਿਆਪਕ ਹੈ ਦੱਸ ਰਿਹਾ ਹੈ ਕਿ ਪੰਜਾਬੀ ਚਾਹੇ ਮਾਂ ਬੋਲੀ ਹੈ, ਪਰ ਇਹ ਨਹੀਂ ਹੈ ਕਿ ਅਸੀਂ ਮਾਂ ਬੋਲੀ ਸਿੱਖਣੀ, ਹੋਰ ਕੋਈ ਭਾਸ਼ਾ ਨਹੀਂ ਸਿੱਖਣੀ। ਸਾਰੀਆਂ ਭਾਸ਼ਾਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ, ਜਿੰਨੀਆਂ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੋਣਗੀਆਂ ਉਹਨਾਂ ਗਿਆਨ ਵਿੱਚ ਵਾਧਾ ਹੋਵੇਗਾ। ਹਿੰਦੀ ਭਾਸ਼ਾ ਸਿੱਖਣੀ ਆਪਣੇ ਇੰਡੀਆ ਵਿੱਚ ਪੂਰੇ ਵਰਲਡ ਦੀ ਜਿਹੜੀ ਨੈਸ਼ਨਲ ਭਾਸ਼ਾ ਜਿਹੜੀ ਹੈਗੀ ਹੈ, ਨੈਸ਼ਨਲ ਲੈਂਗੁਏਜ ਹਿੰਦੀ ਹੈ, ਤਾਂ ਹਿੰਦੀ ਜੇ ਸਿੱਖੀ ਹੋਏਗੀ ਤਾਂ ਦੂਜੀ ਜਗ੍ਹਾ 'ਤੇ ਜਾ ਕੇ ਸਰਵਾਈਵ ਕਰਨਾ ਸੌਖਾ ਹੋ ਜਾਂਦਾ ਹੈ। ਤੇ ਇੰਗਲਿਸ਼ ਪੂਰੇ ਆਲ ਓਵਰ ਵਰਲਡ ਵਿੱਚ ਇੰਗਲਿਸ਼ ਇੰਟਰਨੈਸ਼ਨਲ ਲੈਂਗੁਏਜ ਹੈ, ਇਸ ਲਈ ਉਹ ਵੀ ਸਿੱਖਣੀ ਜ਼ਰੂਰੀ ਹੈ। ਪਰੰਤੂ ਉਹ ਕੀ ਕਹਿ ਰਿਹਾ ਹੈ ਕਿ ਇੰਨਾ ਯਾਦ ਰੱਖਣਾ ਚਾਹੀਦਾ ਕਿ ਆਪਣੀ ਮਾਂ ਬੋਲੀ ਨੂੰ ਭੁਲਾਉਣਾ ਨਹੀਂ ਚਾਹੀਦਾ। ਦੂਜੀਆਂ ਭਾਸ਼ਾਵਾਂ ਸਿੱਖੋ, ਪਰ ਨਾਲ ਦੇ ਨਾਲ ਆਪਣੀ ਜਿਹੜੀ ਬੋਲੀ ਹੈ, ਮਾਂ ਬੋਲੀ ਹੈ, ਉਹਨੂੰ ਵੀ ਜ਼ਰੂਰ ਸਮਝੋ, ਪੜ੍ਹੋ, ਲਿਖੋ। ਠੀਕ ਹੈ, ਔਰ ਯਾਦ ਰੱਖੋ। ਇਹ ਨਹੀਂ ਕਿ ਅਸੀਂ ਇੰਗਲਿਸ਼ ਸਿੱਖਣ 'ਤੇ ਜ਼ੋਰ ਦੇ ਦੇਣਾ, ਪੰਜਾਬੀ ਨੂੰ ਵੀ ਭੁੱਲ ਜਾਈਏ। ਬਲਜੀਤ ਅੱਗੇ ਕਹਿ ਰਿਹਾ ਸਰ ਮੇਰੇ ਪਾਪਾ ਦੇ ਫੋਨ ਵਿੱਚ ਮਨਮੋਹਨ ਵਾਰਿਸ ਦਾ ਇੱਕ ਗੀਤ ਹੈ, ਮਾਵਾਂ ਤਿੰਨ ਹੁੰਦੀਆਂ ਨੇ। ਤੇ ਬਲਜੀਤ ਕਹਿ ਰਿਹਾ ਕਿ ਮੇਰੇ ਜਿਹੜੇ ਪਾਪਾ ਦੇ ਫੋਨ ਵਿੱਚ ਕਿਹੜਾ ਗਾਣਾ ਹੈ? ਮਾਵਾਂ ਤਿੰਨ ਹੁੰਦੀਆਂ ਨੇ। ਅਧਿਆਪਕ ਕੀ ਕਹਿ ਰਿਹਾ ਫਿਰ? ਬਲਜੀਤ ਤੇਰੇ ਪਾਪਾ ਵੀ ਬੜੇ ਸੋਹਣੇ ਗੀਤ ਸੁਣਦੇ ਨੇ, ਮੈਂ ਵੀ ਉਹ ਗੀਤ ਸੁਣਿਆ ਹੋਇਆ ਹੈ, ਮਾਵਾਂ ਤਿੰਨ ਹੁੰਦੀਆਂ ਨੇ। ਕਿਹੜੀਆਂ ਤਿੰਨ ਹੁੰਦੀਆਂ ਨੇ?
ਇੱਕ ਮਾਂ ਹੈਗੀ ਹੈ ਧਰਤੀ, ਧਰਤੀ ਨੂੰ ਆਪਾਂ ਮਾਤਾ ਕਹਿੰਦੇ ਆ ਨਾ, ਧਰਤੀ ਵੀ ਮਾਂ ਹੈ ਸਾਡੀ। ਦੂਜੀ ਮਾਂ ਹੈਗੀ ਸਾਡੀ ਮਾਂ ਬੋਲੀ, ਔਰ ਤੀਜੀ ਮਾਂ ਹੈ ਜਨਮ ਦਾਤੀ। ਠੀਕ ਹੈ, ਜਨਮ ਦਾਤੀ ਜਿਹਨੇ ਤੁਹਾਨੂੰ ਜਨਮ ਦਿੱਤਾ ਹੈ। ਠੀਕ ਹੈ, ਧਰਤੀ ਹੋ ਗਈ ਔਰ ਮਾਂ ਬੋਲੀ, ਇਹ ਸਾਰੀਆਂ ਸਾਡੀਆਂ ਕੀ ਨੇਗੀਆਂ, ਤਿੰਨ ਮਾਵਾਂ ਨੇ। ਸੱਚੀ ਬੱਚਿਓ, ਇਹ ਤਿੰਨੋਂ ਸਾਨੂੰ ਪਾਲਦੀਆਂ ਨੇ, ਇਹ ਤਿੰਨੋਂ ਜਾਂਦੇ ਕੀ ਕਰਦੇ ਆ, ਸਾਨੂੰ ਪਾਲਦੇ ਨੇ। ਇਹਨਾਂ ਦਾ ਕਰਜ਼ਾ ਅਸੀਂ ਨਹੀਂ ਲਾਇਆ ਜਾ ਸਕਦਾ, ਇਹਨਾਂ ਦਾ ਕਰਜ਼ਾ ਨਹੀਂ ਲਾਇਆ ਜਾ ਸਕਦਾ। ਅੱਗੇ ਸਵਿਤਾ ਕਹਿੰਦੀ ਹੈ, ਸਰ ਮੇਰੇ ਚਾਚਾ ਜੀ ਪੰਜਾਬੀ ਦੀਆਂ ਕਿਤਾਬਾਂ ਪੜ੍ਹਦੇ ਨੇ। ਅਧਿਆਪਕ ਕਹਿੰਦਾ, ਹਾਂ ਬੱਚਿਓ, ਪੰਜਾਬੀ ਵਿੱਚ ਗੁਰਦਿਆਲ ਸਿੰਘ, ਸ਼ਿਵ ਕੁਮਾਰ, ਸੁਰਜੀਤ ਪਾਤਰ ਅਤੇ ਨਰਿੰਦਰ ਸਿੰਘ ਕਪੂਰ ਵਰਗੇ ਲੇਖਕਾਂ ਦੀਆਂ ਕਿਤਾਬਾਂ ਬਹੁਤ ਪੜ੍ਹੀਆਂ ਜਾਂਦੀਆਂ ਨੇ। ਅੰਕੁਰ ਕਹਿ ਰਿਹਾ ਹੈ, ਸਰ ਮੇਰੇ ਵੀਰ ਜੀ ਕੰਪਿਊਟਰ ਵਿੱਚ ਪੰਜਾਬੀ ਅਖਬਾਰ ਪੜ੍ਹਦੇ ਨੇ। ਅਧਿਆਪਕ, ਹਾਂ ਬੱਚਿਓ, ਕੰਪਿਊਟਰ ਤੇ ਪੰਜਾਬੀ, ਕੰਪਿਊਟਰ ਤੇ ਕੋਮਾ ਪਾ ਕੇ ਤੇ ਲਿਖਿਆ ਗਿਆ, ਇਹਦਾ ਮਤਲਬ ਉੱਤੇ। ਠੀਕ ਹੈ, ਹਾਂ ਬੱਚਿਓ, ਕੰਪਿਊਟਰ ਉੱਤੇ ਵੀ ਪੰਜਾਬੀ ਦਾ ਬੜਾ ਕੁਝ ਹੈਗਾ। ਮੈਂ ਵੀ ਸਵੇਰੇ ਜਲਦੀ ਉੱਠ ਕੇ ਇੰਟਰਨੈਟ ਤੇ ਹੀ 3 ਪੰਜਾਬੀ ਅਖਬਾਰਾਂ ਪੜ੍ਹਦਾ ਹਾਂ। ਕਿਹੜੀਆਂ ਅਖਬਾਰਾਂ ਨੇ ਉਹ? ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ ਅਤੇ ਅਜੀਤ। ਠੀਕ ਹੈ, ਇਹ ਅਖਬਾਰ ਜਿਹੜੇ ਨੇ, ਅਧਿਆਪਕ ਕਹਿ ਰਿਹਾ ਕਿ ਮੈਂ ਵੀ ਇੰਟਰਨੈਟ ਦੇ ਉੱਤੇ ਹੀ ਇਹਨਾਂ ਨੂੰ ਪੜ੍ਹ ਲੈਂਦਾ ਵਾਂ। ਚਲੋ ਬੱਚਿਓ, ਆਪਣੀ ਗੱਲਬਾਤ ਇੱਥੇ ਹੀ ਬੰਦ ਕਰਦੇ ਹਾਂ। ਫਿਰ ਅੱਜ ਕੀ ਸਿੱਖਿਆ ਤੁਸੀਂ? ਭਾਰਤੀ ਨੇ ਕੀ ਕਿਹਾ? ਸਰ ਅੱਜ ਇਹ ਸਿੱਖਿਆ ਕਿ ਸਾਨੂੰ ਆਪਣੀ ਮਾਂ ਬੋਲੀ ਕਦੇ ਨਹੀਂ ਭੁਲਾਉਣੀ ਚਾਹੀਦੀ। ਜਿੰਨੀ ਵੀ ਉੱਪਰ ਗੱਲਬਾਤ ਹੋਈ ਹੈ ਉਹਦੇ ਵਿੱਚ ਕੀ ਸਿੱਖਿਆ ਬੱਚਿਆਂ ਨੇ? ਕਿ ਸਾਨੂੰ ਆਪਣੀ ਮਾਂ ਬੋਲੀ ਕਦੇ ਵੀ ਭੁਲਾਉਣੀ ਨਹੀਂ ਚਾਹੀਦੀ। ਅਧਿਆਪਕ ਕਹਿੰਦਾ, ਬਿਲਕੁਲ ਠੀਕ। ਚਲੋ ਲਹਿੰਦੇ ਪੰਜਾਬ ਦੇ ਇੱਕ ਪੰਜਾਬੀ ਕਵੀ ਦੀਆਂ ਲਾਈਨਾਂ ਨਾਲ ਇਹ ਗੱਲ ਖਤਮ ਕਰਦੇ ਹਾਂ। ਲਹਿੰਦਾ ਪੰਜਾਬ ਕਿਹੜਾ? ਜਿਹੜਾ ਪਾਕਿਸਤਾਨ ਦੇ ਸਾਈਡ ਜਾ ਚੁੱਕਿਆ ਉਸ ਨੂੰ ਲਹਿੰਦਾ ਪੰਜਾਬ ਬੋਲਦੇ ਆ। ਜਿਹੜਾ ਆਪਣਾ ਅੱਧਾ ਪੰਜਾਬ ਪਾਕਿਸਤਾਨ ਵਿੱਚ ਚਲ ਗਿਆ ਉਸ ਨੂੰ ਲਹਿੰਦਾ ਪੰਜਾਬ ਬੋਲਦੇ ਨੇ। ਠੀਕ ਹੈ ਜੀ, ਉਸ ਦੀਆਂ ਕੁਝ ਲਾਈਨਾਂ ਨੇ। ਕੀ ਲਾਈਨਾਂ ਨੇ ਉਹ? ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਜਿਹਦੀ ਗੋਦ 'ਚ ਪਲ ਕੇ ਜਵਾਨ ਹੋਇਓ, ਉਹ ਮਾਂ ਛੱਡ ਦੇ, ਗਰਾਂ ਛੱਡ ਦੇ। ਤੇ ਗਰਾਂ ਹੁੰਦਾ ਜਗ੍ਹਾ ਜਿਹੜੀ ਹੁੰਦੀ ਆ, ਪਿੰਡ ਜਿਹੜਾ ਹੈਗਾ ਉਹ ਛੱਡ ਦੇ। ਠੀਕ ਹੈ, ਤੇ ਇਹਦਾ ਆਨਸਰ ਕੀ ਦਿੱਤਾ ਗਿਆ ਹੈ? ਜੇ ਪੰਜਾਬੀ ਈ ਕੂਕਣਾ ਈ, ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ, ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡ ਦੇ। ਅੱਗੇ ਮੌਖਿਕ ਪ੍ਰਸ਼ਨ ਨੇਗੇ, ਇਹ ਵੀ ਔਰਲ ਪ੍ਰਸ਼ਨ ਨੇਗੇ। ਠੀਕ ਹੈ ਨਾ, ਔਰਲ ਕੁਐਸਚਨਸ ਨੇਗੇ। ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਂ ਇਹਦੇ ਆਨਸਰ ਜਿਹੜੇ ਨੇ ਲਿਖ ਕੇ ਵੀ ਦਵਾਂਗੀ। ਜੇਕਰ ਕਿਸੇ ਨੇ ਨੋਟ ਕਰਨੇ ਨੇ ਤਾਂ ਉਤਾਰ ਵੀ ਸਕਦੇ ਹੋ। ਪਹਿਲਾ ਪ੍ਰਸ਼ਨ ਹੈ, ਮਨੁੱਖ ਦੀਆਂ ਕਿਹੜੀਆਂ 3 ਮਾਵਾਂ ਹੁੰਦੀਆਂ ਹਨ? ਤਾਂ ਆਨਸਰ ਹੈ, ਮਨੁੱਖ ਦੀਆਂ ਕਿਹੜੀਆਂ 3 ਮਾਵਾਂ ਹੁੰਦੀਆਂ ਨੇ? ਤੇ ਇਸ ਦਾ ਉੱਤਰ ਹੈ, ਮਨੁੱਖ ਦੀਆਂ 3 ਮਾਵਾਂ। ਨੰਬਰ 1 ਧਰਤੀ, ਨੰਬਰ 2 ਮਾਂ ਬੋਲੀ, ਨੰਬਰ 3 ਜਨਮ ਦਾਤੀ ਹਨ। ਅਗਲਾ ਪ੍ਰਸ਼ਨ ਹੈ, ਪੰਜਾਬੀਆਂ ਦੀ ਮਾਂ ਬੋਲੀ ਕਿਹੜੀ ਹੈ? ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ। ਤੀਸਰਾ ਪ੍ਰਸ਼ਨ ਹੈ, ਕੀ ਕੰਪਿਊਟਰ ਤੇ ਵੀ ਪੰਜਾਬੀ ਲਿਖੀ ਜਾਂ ਪੜ੍ਹੀ ਜਾ ਸਕਦੀ ਹੈ? ਆਨਸਰ ਹੈ, ਜੀ ਹਾਂ, ਕੰਪਿਊਟਰ ਤੇ ਵੀ ਪੰਜਾਬੀ ਲਿਖੀ ਜਾਂ ਪੜ੍ਹੀ ਜਾ ਸਕਦੀ ਹੈ। ਪ੍ਰਸ਼ਨ ਨੰਬਰ 4 ਹੈ, ਅੱਜ ਦੀ ਗੱਲਬਾਤ ਵਿੱਚੋਂ ਅਸੀਂ ਕੀ ਸਿੱਖਿਆ ਹੈ? ਇਸ ਦਾ ਆਨਸਰ ਹੈ, ਅੱਜ ਦੀ ਗੱਲਬਾਤ ਤੋਂ ਅਸੀਂ ਇਹ ਸਿੱਖਿਆ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਕਦੇ ਵੀ ਨਹੀਂ ਭੁਲਾਉਣੀ ਚਾਹੀਦੀ। ਅੱਗੇ ਦੇਸ਼ ਈੜੀ ਭਾਗ ਹੈ, ਦੇਸ਼ ਦੀਆਂ ਹੋਰ ਬੋਲੀਆਂ ਬਾਰੇ। ਇਸ ਤੋਂ ਪਹਿਲਾਂ ਆਪਾਂ ਮਾਂ ਬੋਲੀ ਪੜ੍ਹਿਆ ਤੇ ਹੁਣ ਕੀ ਹੈ, ਦੇਸ਼ ਦੀਆਂ ਜਿਹੜੀਆਂ ਦੂਜੀਆਂ ਬੋਲੀਆਂ ਨੇ ਉਹਨਾਂ ਬਾਰੇ ਪੜ੍ਹਦੇ ਹਾਂ। ਜਿਵੇਂ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ, ਉਵੇਂ ਹੀ ਹੋਰ ਲੋਕਾਂ ਦੀਆਂ ਮਾਂ ਬੋਲੀਆਂ ਹਨ। ਉਹ ਵੀ ਸਾਡੇ ਵਾਂਗ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ। ਕਈ ਤਾਂ ਸਗੋਂ ਸਾਡੇ ਨਾਲੋਂ ਵੀ ਜ਼ਿਆਦਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਹਨ। ਹਰ ਇੱਕ ਨੂੰ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਦਾ ਹੱਕ ਹੈ। ਹਰ ਇੱਕ ਨੂੰ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਹੀ ਚਾਹੀਦਾ ਹੈ। ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਅਤੇ ਉਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਕੁਝ ਭਾਸ਼ਾਵਾਂ ਨੂੰ ਸੰਵਿਧਾਨ ਵਿੱਚ ਖਾਸ ਦਰਜਾ ਦਿੱਤਾ ਗਿਆ ਹੈ।
ਕਿ ਜਿਵੇਂ ਕਿ ਆਪਣੀ ਜਿਹੜੀ ਮਾਂ ਬੋਲੀ ਪੰਜਾਬੀ ਹੈ, ਉਵੇਂ ਹੀ ਲੋਕਾਂ ਦੀਆਂ ਵੀ ਆਪਣੀਆਂ ਮਾਂ ਬੋਲੀਆਂ ਨੇ। ਸਾਰਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਪਿਆਰ ਕਰਨਾ ਸਾਡਾ ਹੱਕ ਹੈ, ਹਮੇਸ਼ਾ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਕੁਝ ਜਿਹੜੀਆਂ ਜ਼ਿਆਦਾ ਪੂਰੇ ਦੇਸ਼ ਵਿੱਚ ਜਿਹੜੀਆਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਸੰਵਿਧਾਨ ਵਿੱਚ ਉਹਨੂੰ ਕੀ ਦਿੱਤਾ ਗਿਆ, ਉਹਨਾਂ ਨੂੰ ਮਾਨਤਾ ਦਿੱਤੀ ਗਈ। ਅੱਗੇ ਹੈ, ਤੁਸੀਂ ਕਿਸੇ ਭਾਰਤੀ ਰੁਪਏ ਦਾ ਨੋਟ ਦੇਖਿਆ ਹੋਵੇਗਾ। ਇਸ ਉੱਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸਮੇਤ 17 ਭਾਸ਼ਾਵਾਂ ਵਿੱਚ ਨੋਟ ਰਾਸ਼ੀ ਲਿਖੀ ਹੁੰਦੀ ਹੈ। ਕਿਸੇ ਵੀ ਜਿਹੜਾ ਵੀ ਨੋਟ ਹੁੰਦਾ, ਜਿਹੜਾ ਭਾਰਤ ਇੰਡੀਆ ਦਾ ਜਿਹੜਾ ਨੋਟ ਹੁੰਦਾ, ਉਸ ਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਲਿਖਣ ਤੋਂ ਇਲਾਵਾ ਹੋਰ 17 ਭਾਸ਼ਾਵਾਂ ਜਿਹੜੀਆਂ ਨੇ ਲਿਖੀਆਂ ਹੁੰਦੀਆਂ ਨੇ। ਅਸਲ ਵਿੱਚ ਭਾਰਤ ਇੱਕ ਬਹੁਭਾਸ਼ੀ ਦੇਸ਼ ਹੈ। ਭਾਰਤ ਵੱਖ-ਵੱਖ ਭਾਸ਼ਾਵਾਂ ਦੇ ਫੁੱਲਾਂ ਦਾ ਗੁਲਦਸਤਾ ਹੈ। ਇਸ ਕਰਕੇ ਭਾਰਤ ਸਰਕਾਰ ਹਰ ਭਾਸ਼ਾ ਨੂੰ ਉਸ ਦਾ ਬਣਦਾ ਹੱਕ ਦਿੰਦੀ ਹੈ। ਸਾਨੂੰ ਆਪਣੀ ਭਾਸ਼ਾ ਨੂੰ ਪਿਆਰ ਕਰਨਾ ਚਾਹੀਦਾ ਹੈ, ਪਰ ਸਾਨੂੰ ਕਿਸੇ ਹੋਰ ਦੀ ਭਾਸ਼ਾ ਨੂੰ ਨਿੰਦਣਾ ਨਹੀਂ ਚਾਹੀਦਾ। ਕਿਸੇ ਹੋਰ ਨੂੰ ਵੀ ਆਪਣੀ ਭਾਸ਼ਾ ਉਨੀ ਹੀ ਪਿਆਰੀ ਹੈ ਜਿੰਨੀ ਸਾਨੂੰ ਆਪਣੀ ਭਾਸ਼ਾ ਪਿਆਰੀ ਹੁੰਦੀ ਹੈ। ਸਾਨੂੰ ਆਪਣੀ ਮਾਂ ਬੋਲੀ ਦੇ ਨਾਲ ਕੀ ਹੈ, ਪਿਆਰ ਹੋਣਾ ਚਾਹੀਦਾ, ਕਦੇ ਭੁਲਾਉਣੀ ਚਾਹੀਦੀ, ਪਰ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਦੂਸਰੇ ਦੀ ਬੋਲੀ ਜਿਹੜੀ ਕੀ ਹੈ ਉਹ ਵਧੀਆ ਨਹੀਂ ਹੈਗੀ। ਠੀਕ ਹੈ, ਜਿਵੇਂ ਸਾਨੂੰ ਆਪਣੀ ਭਾਸ਼ਾ ਨਾਲ ਪਿਆਰ ਹੈ, ਆਪਣੀ ਮਾਂ ਬੋਲੀ ਨਾਲ ਪਿਆਰ ਹੈ, ਉਸੇ ਤਰ੍ਹਾਂ ਹੀ ਦੂਜੇ ਨੂੰ ਵੀ ਆਪਣੀ ਮਾਂ ਬੋਲੀ ਦੇ ਨਾਲ ਬਹੁਤ ਪਿਆਰ ਹੁੰਦਾ ਹੈ। ਇਸ ਕਰਕੇ ਸਾਰੀਆਂ ਬੋਲੀਆਂ ਦਾ ਹੀ ਸਤਿਕਾਰ ਕਰਨਾ ਚਾਹੀਦਾ ਹੈ। ਨੀਚੇ ਇੱਕ 50 ਦਾ ਜਿਹੜਾ ਨੋਟ ਦਿਖਾਇਆ ਗਿਆ, ਉਸ ਵਿੱਚ ਦੇਖੋ ਸਰਕਲ ਬਣਾਇਆ ਨਾ, ਇਸ ਵਿੱਚ ਦਿਖਾਇਆ ਗਿਆ ਕਿ ਜਿਹੜਾ 50 ਰੁਪਏ ਪੰਜਾਬੀ 'ਚ ਦੇਖੋ ਆਹ ਵਾਲਾ ਪਾਰਟ ਲਿਖਿਆ ਹੈ, 50 ਰੁਪਏ ਲਿਖਿਆ ਨਾ। ਉਸੇ ਤਰ੍ਹਾਂ ਹੀ ਬਾਕੀ ਜਿਹੜੀਆਂ ਲੈਂਗੁਏਜ ਨੇ, ਇਹ ਵੀ ਭਾਰਤ ਦੀਆਂ ਭਾਸ਼ਾਵਾਂ ਨੇ, ਜਿਹੜੀਆਂ ਕਿ ਸ਼ਾਇਦ ਤੁਹਾਨੂੰ ਉਹਦੀਆਂ ਸਮਝ ਵੀ ਨਹੀਂ ਆਉਂਦੀਆਂ ਹੋਣੀਆਂ। ਤਾਂ ਇਹਨਾਂ ਭਾਸ਼ਾਵਾਂ ਵਿੱਚ ਕੀ ਲਿਖਿਆ ਗਿਆ ਹੈ, 50 ਰੁਪਏ। ਪੰਜਾਬੀ 'ਚ ਲਿਖਿਆ 50 ਰੁਪਏ, ਉਸੇ ਤਰ੍ਹਾਂ ਵੱਖ ਅਲੱਗ-ਅਲੱਗ ਭਾਸ਼ਾਵਾਂ ਵਿੱਚ 50 ਰੁਪਏ ਲਿਖਿਆ ਹੈ। ਇਹ ਟੋਟਲ ਕਿੰਨੀਆਂ ਨੇ, 17 ਭਾਸ਼ਾਵਾਂ ਨੇ। ਅੱਗੇ ਸਾਨੂੰ ਆਪਣੀ ਮਾਂ ਬੋਲੀ ਤਾਂ ਚੰਗੀ ਤਰ੍ਹਾਂ ਸਿੱਖਣੀ ਚਾਹੀਦੀ ਹੈ, ਬੋਲਣੀ ਵੀ ਚਾਹੀਦੀ ਹੈ, ਪਰ ਹੋਰ ਬੋਲੀਆਂ ਵੀ ਸਿੱਖਣੀਆਂ ਚਾਹੀਦੀਆਂ ਨੇ। ਸਾਨੂੰ ਇਕੱਲੀ ਇਹ ਨਹੀਂ ਕਿ ਬੋਲੀ ਸਿੱਖ ਲਈ ਤੇ ਬੋਲ ਲਈ, ਠੀਕ ਹੈ ਨਾ, ਸਾਨੂੰ ਇਸ ਦੇ ਨਾਲ ਹੋਰ ਭਾਸ਼ਾਵਾਂ ਵੀ, ਬੋਲੀਆਂ ਵੀ ਸਿੱਖਣੀਆਂ ਚਾਹੀਦੀਆਂ ਨੇ। ਹਿੰਦੀ ਅਤੇ ਅੰਗਰੇਜ਼ੀ ਸਿੱਖੇ ਬਿਨਾਂ ਤਾਂ ਬਿਲਕੁਲ ਗੁਜ਼ਾਰਾ ਨਹੀਂ। ਜੇ ਸਾਨੂੰ ਭਾਰਤ ਦੇ ਕਿਸੇ ਹੋਰ ਰਾਜ ਵਿੱਚ ਲੰਮੇ ਸਮੇਂ ਤੱਕ ਰਹਿਣਾ ਪੈ ਜਾਵੇ ਤਾਂ ਸਾਨੂੰ ਉੱਥੋਂ ਦੀ ਭਾਸ਼ਾ ਵੀ ਸਿੱਖ ਲੈਣੀ ਚਾਹੀਦੀ ਹੈ। ਠੀਕ ਹੈ, ਜੇਕਰ ਅਸੀਂ ਪੰਜਾਬ 'ਚ ਰਹਿੰਦੇ ਹਾਂ ਤਾਂ ਚਲੋ ਆਪਣੀ ਪੰਜਾਬੀ ਮਾਂ ਬੋਲੀ ਨਾਲ ਗੱਲ ਕਰ ਸਕਦੇ ਹਾਂ, ਪਰ ਜੇਕਰ ਅਸੀਂ ਪੰਜਾਬ ਤੋਂ ਬਾਹਰ ਕਿਸੇ ਵੀ ਹੋਰ ਰਾਜ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਉੱਥੋਂ ਦੀ ਭਾਸ਼ਾ ਆਉਣੀ ਚਾਹੀਦੀ ਹੈ, ਕਿਉਂਕਿ ਜੇ ਨਹੀਂ ਆਏਗੀ ਤਾਂ ਅਸੀਂ ਉੱਥੇ ਆਸਾਨੀ ਨਾਲ ਆਪਣਾ ਜੀਵਨ ਜਿਹੜਾ ਹੈ ਬਤੀਤ ਨਹੀਂ ਕਰ ਸਕਦੇ। ਕਿਸੇ ਵੀ ਚੀਜ਼ ਨੂੰ ਆਪਣੀਆਂ ਜਿਹੜੀਆਂ ਵੀ ਵਿਚਾਰ ਨੇ ਉਹ ਸਾਂਝੇ ਨਹੀਂ ਕਰ ਸਕਦੇ, ਆਪਣੀ ਗੱਲ ਸਮਝਾ ਨਹੀਂ ਸਕਦੇ, ਦੂਜੇ ਦੀ ਗੱਲ ਸਮਝ ਨਹੀਂ ਸਕਦੇ। ਇਸ ਲਈ ਸਾਨੂੰ ਉੱਥੋਂ ਦੀ ਵੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ। ਇਹ ਸਿੱਖ ਲੈਣ ਨਾਲ ਸਾਡੀਆਂ ਕਈ ਮੁਸ਼ਕਿਲਾਂ ਹੱਲ ਹੋ ਜਾਣਗੀਆਂ। ਵੈਸੇ ਵੀ ਅਸੀਂ ਜਿੰਨੀਆਂ ਵੱਧ ਭਾਸ਼ਾਵਾਂ ਸਿੱਖ ਲੈਂਦੇ ਹਾਂ, ਸਾਡੇ ਲਈ ਗਿਆਨ ਦੇ ਉਨੇ ਦਰਵਾਜ਼ੇ ਖੁੱਲ ਜਾਂਦੇ ਹਨ। ਭਾਰਤ ਵਿੱਚ ਹੋਰ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਕਿਹੜੀਆਂ ਨੇ? ਬੰਗਲਾ, ਅਸਾਮੀ, ਮਰਾਠੀ, ਕਸ਼ਮੀਰੀ, ਬੋਡੋ, ਕੰਨੜ, ਮਲਿਆਲਮ, ਗੁਜਰਾਤੀ, ਡੋਗਰੀ, ਉਰਦੂ ਅਤੇ ਤਾਮਿਲ ਹਨ। ਠੀਕ ਹੈ, ਇਸ ਤੋਂ ਇਲਾਵਾ ਪੰਜਾਬੀ ਤੋਂ ਇਲਾਵਾ ਅਲੱਗ-ਅਲੱਗ ਜਿਹੜੇ ਸਟੇਟਸ ਨੇਗੀਆਂ, ਅਲੱਗ-ਅਲੱਗ ਰਾਜਾਂ ਦੀਆਂ ਆਪਣੀਆਂ ਅਲੱਗ-ਅਲੱਗ ਭਾਸ਼ਾਵਾਂ ਨੇ, ਉਹ ਵੀ ਇਹ 'ਚ ਦੱਸੀਆਂ ਗਈਆਂ ਨੇ ਕਿਹੜੀਆਂ-ਕਿਹੜੀਆਂ ਹੋਰ ਭਾਸ਼ਾਵਾਂ ਨੇ। ਇਸ ਤੋਂ ਇਲਾਵਾ ਕ ਖ ਗ ਦਿੱਤਾ ਗਿਆ ਹੈ ਨੀਚੇ। ਕੀ ਤੁਹਾਨੂੰ ਪਤਾ ਹੈ ਕਿ ਮੁਨਸ਼ੀ ਪ੍ਰੇਮ ਚੰਦ ਹਿੰਦੀ ਦੇ ਬਹੁਤ ਵੱਡੇ ਲੇਖਕ ਸਨ? ਰਵਿੰਦਰਨਾਥ ਟੈਗੋਰ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਟੈਗੋਰ ਕਿਸੇ ਇੱਕ ਬੰਗਾਲੀ ਸਨ। ਠੀਕ ਹੈ, ਮੁਨਸ਼ੀ ਪ੍ਰੇਮ ਚੰਦ ਜਿਹੜੇ ਸੀਗੇ, ਤੁਹਾਨੂੰ ਪਤਾ ਹੈ ਕਿ ਬਹੁਤ ਹੀ ਵੱਡੇ ਲੇਖਕ ਸੀ, ਬਹੁਤ ਹੀ ਉਹਦੀਆਂ ਕਹਾਣੀਆਂ ਜਿਹੜੀਆਂ ਪ੍ਰਚਲਿਤ ਸਨ। ਮੁਨਸ਼ੀ ਪ੍ਰੇਮ ਚੰਦ ਜਿਹੜੇ ਸੀ ਉਹ ਹਿੰਦੀ ਦੇ ਲੇਖਕ ਸੀ। ਤੇ ਰਵਿੰਦਰਨਾਥ ਟੈਗੋਰ ਜਿਨ੍ਹਾਂ ਨੇ ਕੀ ਲਿਖਿਆ ਕਿ ਆਪਣਾ ਜਨ ਗਣ ਮਨ ਵੀ ਲਿਖਿਆ ਹੋਇਆ, ਉਹ ਕਿਸੇ ਇੱਕ ਬੰਗਾਲੀ ਸਨ। ਠੀਕ ਹੈ, ਉਹ ਬੰਗਲਾ ਭਾਸ਼ਾ ਵਿੱਚ ਲਿਖਦੇ ਸਨ। ਭਾਰਤ ਦਾ ਰਾਸ਼ਟਰੀ ਗਾਨ ਜਨ ਗਣ ਮਨ ਉਹਨਾਂ ਦਾ ਹੀ ਲਿਖਿਆ ਹੋਇਆ ਹੈ। ਸੋ ਹੋਰ ਭਾਸ਼ਾਵਾਂ ਦੀ ਮਹੱਤਤਾ ਸਮਝਣ ਲਈ ਵੀ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੀ ਭਾਸ਼ਾ ਦੇ ਨਾਲ ਹੋਰ ਭਾਸ਼ਾ ਦਾ ਵੀ ਗਿਆਨ ਹੋਣਾ ਚਾਹੀਦਾ ਹੈ, ਖਾਸ ਕਰਕੇ ਹਿੰਦੀ ਔਰ ਅੰਗਰੇਜ਼ੀ ਦਾ ਤਾਂ ਜ਼ਰੂਰ ਹੋਣਾ ਚਾਹੀਦਾ ਹੈ। ਅੱਗੇ ਦੇਸ਼ ਮੇਰੇ ਦੀਆਂ ਸਭ ਬੋਲੀਆਂ ਨਿਆਰੀਆਂ, ਦੇਸ਼ ਦੀ ਅਮੀਰੀ ਇਹ ਦਿਖਾਉਣ ਸਾਰੀਆਂ। ਜਿੰਨੀਆਂ ਭਾਸ਼ਾਵਾਂ ਅਸੀਂ ਸਿੱਖ ਲੈਂਦੇ ਹਾਂ, ਗਿਆਨ ਦੀਆਂ ਉਨੀਆਂ ਖੁੱਲਣ ਬਾਰੀਆਂ। ਠੀਕ ਹੈ, ਜਿੰਨੀਆਂ ਵੱਧ ਤੋਂ ਵੱਧ ਅਸੀਂ ਭਾਸ਼ਾਵਾਂ ਸਿੱਖ ਲੈਂਦੇ ਹਾਂ, ਉਨੀਆਂ ਹੀ ਸਾਡੀ ਗਿਆਨ ਦੀਆਂ ਜਿਹੜੀਆਂ ਬਾਰੀਆਂ ਨੇ, ਸਾਡੇ ਗਿਆਨ ਵਿੱਚ ਵਾਧਾ ਹੁੰਦਾ, ਸਾਡੀ ਨੌਲੇਜ ਡਿਵੈਲਪ ਹੁੰਦੀ ਹੈ। ਠੀਕ ਹੈ, ਅੱਗੇ ਫਿਰ ਮੌਖਿਕ ਪ੍ਰਸ਼ਨ ਨੇ, ਇਹਨਾਂ ਦੇ ਵੀ ਆਨਸਰ ਮੈਂ ਨਾਲ ਦੇਵਾਂਗੀ। ਜੇਕਰ ਤੁਸੀਂ ਨੋਟ ਕਰਨੇ ਨੇ ਤਾਂ ਨੋਟ ਵੀ
कर सकते हो। पहला प्रश्न है, ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਇਹ ਠੀਕ ਹੈ ਜਾਂ ਗਲਤ? ਤਾਂ ਇਹਦਾ ਆਨਸਰ ਹੈ ਠੀਕ। ਠੀਕ ਹੈ, ਤਾਂ ਕੀ ਆਨਸਰ ਹੈ? ਇਸ ਦਾ ਆਨਸਰ ਜਿਹੜਾ ਹੈ ਉਹ ਹੈ ਠੀਕ। ਅਗਲਾ ਹੈ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ 2 ਭਾਸ਼ਾਵਾਂ ਦੇ ਨਾਂ ਦੱਸੋ। ਪੰਜਾਬੀ ਤੇ ਅੰਗਰੇਜ਼ੀ, ਹਿੰਦੀ ਤਿੰਨ ਲੈਂਗੁਏਜ ਤੋਂ ਇਲਾਵਾ ਹੋਰ ਕਿਹੜੀਆਂ 2 ਭਾਸ਼ਾਵਾਂ? ਉਰਦੂ ਅਤੇ ਗੁਜਰਾਤੀ। ਇਸ ਤੋਂ ਇਲਾਵਾ ਤੁਸੀਂ ਹੋਰ ਵੀ ਲਿਖ ਸਕਦੇ ਹੋ, ਬੰਗਲਾ, ਆਸਾਮੀ, ਮਰਾਠੀ, ਕਸ਼ਮੀਰੀ, ਕੰਨੜ, ਮਲਿਆਲਮ, ਕੋਈ ਵੀ 2 ਭਾਸ਼ਾਵਾਂ ਲਿਖ ਸਕਦੇ ਹੋ। ਠੀਕ ਹੈ। ਤੀਸਰਾ ਪ੍ਰਸ਼ਨ ਹੈ, ਰਵਿੰਦਰ ਨਾਥ ਟੈਗੋਰ ਕਿੱਥੋਂ ਦੇ ਰਹਿਣ ਵਾਲੇ ਸਨ? ਤਾਂ ਆਨਸਰ ਹੈ, ਰਵਿੰਦਰ ਨਾਥ ਟੈਗੋਰ ਬੰਗਾਲ ਦੇ ਰਹਿਣ ਵਾਲੇ ਸਨ। ਚੌਥਾ ਪ੍ਰਸ਼ਨ ਹੈ, ਵੱਧ ਭਾਸ਼ਾਵਾਂ ਸਿੱਖਣ ਦਾ ਕੋਈ ਲਾਭ ਹੁੰਦਾ ਹੈ ਕਿ ਨਹੀਂ? ਤਾਂ ਆਨਸਰ ਹੈ, ਵੱਧ ਭਾਸ਼ਾਵਾਂ ਸਿੱਖਣ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ। ਜਿੰਨੀਆਂ ਵੱਧ ਭਾਸ਼ਾਵਾਂ ਸਿੱਖੀਆਂ ਹੋਣਗੀਆਂ, ਗਿਆਨ ਵਿੱਚ ਉਨਾ ਹੀ ਵਾਧਾ ਹੋਵੇਗਾ। ਅੱਗੇ ਹੈ, ਦੇਸ਼ ਦੇ ਸਾਰੇ ਲੋਕਾਂ ਨਾਲ ਪਿਆਰ। ਸਭ ਤੋਂ ਪਹਿਲਾਂ ਰਾਜ ਬਾਰੇ ਜਾਣਕਾਰੀ ਦਿੱਤੀ ਗਈ ਹੈ, ਫਿਰ ਮਾਂ ਬੋਲੀ ਦੇ ਨਾਲ ਪਿਆਰ, ਫਿਰ ਦੂਜੀਆਂ ਭਾਸ਼ਾਵਾਂ ਦੇ ਨਾਲ ਪਿਆਰ, ਇਸ ਤੋਂ ਇਲਾਵਾ ਦੇਸ਼ ਦੇ ਲੋਕਾਂ ਦੇ ਨਾਲ ਪਿਆਰ। ਅੱਗੇ ਹੈ, ਦੇਸ਼ ਦੇ ਸਾਰੇ ਲੋਕਾਂ ਲਈ ਪਿਆਰ। ਦੇਸ਼ ਦੇ ਸਾਰੇ ਲੋਕਾਂ ਲਈ ਪਿਆਰ ਅਗਲਾ ਟੌਪਿਕ ਹੈ। ਇਸ ਨੂੰ ਪਹਿਲਾਂ ਪੜ੍ਹਦੇ ਹਾਂ। ਮਨੁੱਖ ਦੇ ਦਿਲ ਵਿੱਚ ਸੱਚਾ ਦੇਸ਼ ਪਿਆਰ ਹੋਣਾ ਇੱਕ ਬਹੁਤ ਵੱਡਾ ਮਨੁੱਖੀ ਗੁਣ ਹੈ। ਇਹ ਪਿਆਰ ਨਿਰਾ ਦੇਸ਼ ਦੀਆਂ ਚੀਜ਼ਾਂ ਵਸਤਾਂ ਨਾਲ ਪਿਆਰ ਨਹੀਂ ਹੁੰਦਾ। ਅਸਲੀ ਦੇਸ਼ ਪਿਆਰ ਦੇਸ਼ ਦੇ ਲੋਕਾਂ ਨਾਲ ਪਿਆਰ ਹੁੰਦਾ ਹੈ। ਦੇਸ਼ ਦੇ ਲੋਕਾਂ ਤੋਂ ਭਾਵ ਦੇਸ਼ ਦੇ ਸਾਰੇ ਲੋਕਾਂ ਤੋਂ ਹੈ। ਜਦੋਂ ਤੱਕ ਅਸੀਂ ਦੇਸ਼ ਦੇ ਸਾਰੇ ਲੋਕਾਂ ਨੂੰ ਪਿਆਰ ਨਹੀਂ ਕਰਦੇ, ਉਦੋਂ ਤੱਕ ਇਹ ਨਹੀਂ ਕਹਿ ਸਕਦੇ ਕਿ ਅਸੀਂ ਦੇਸ਼ ਨੂੰ ਪਿਆਰ ਕਰਦੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਾਰੇ ਮਨੁੱਖ ਹਾਂ, ਇਸ ਲਈ ਸਾਡੇ ਮਨ ਵਿੱਚ ਇੱਕ ਦੂਜੇ ਮਨੁੱਖ ਪ੍ਰਤੀ ਕੋਈ ਵੈਰ ਵਿਰੋਧ ਜਾਂ ਵਿਤਕਰਾ ਨਹੀਂ ਹੋਣਾ ਚਾਹੀਦਾ। ਠੀਕ ਹੈ। ਅਗਲਾ ਜਿਹੜਾ ਟੌਪਿਕ ਹੈ ਕਿ ਦੇਸ਼ ਦੇ ਲੋਕਾਂ ਨਾਲ ਪਿਆਰ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਦੇਸ਼ ਦੂਸਰੇ ਸਟੇਟ ਦੀਆਂ ਆਪਾਂ ਚੀਜ਼ਾਂ ਨੂੰ ਹੀ ਪਿਆਰ ਕਰੀ ਜਾਵੇ ਕਿ ਉੱਥੇ ਉਹ ਬਹੁਤ ਵਧੀਆ ਚੀਜ਼ ਆ, ਉਹ ਬਹੁਤ ਸੋਹਣਾ ਹੈ, ਉੱਥੋਂ ਉਹਦੀ ਚੀਜ਼ ਦੇਖਣ ਵਾਲੀ ਹੈ। ਵਸਤਾਂ ਨਾਲ ਪਿਆਰ ਨਹੀਂ, ਵਸਤੂਆਂ ਦੇ ਨਾਲ ਪਿਆਰ ਨਹੀਂ, ਬਲਕਿ ਲੋਕਾਂ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ। ਠੀਕ ਹੈ। ਜਿੰਨਾ ਚਿਰ ਆਪਾਂ ਨੂੰ ਉੱਥੋਂ ਦੇ ਸਾਰੇ ਦੇਸ਼ਾਂ ਦੇ ਲੋਕਾਂ ਨਾਲ ਪਿਆਰ ਨਹੀਂ ਹੁੰਦਾ, ਉਹਨਾਂ ਚਿਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਦੇਸ਼ ਨੂੰ ਪਿਆਰ ਕਰਦੇ ਹਾਂ, ਕਿਉਂਕਿ ਦੇਸ਼ ਤਾਂ ਇਹਨਾਂ ਲੋਕਾਂ ਨੂੰ ਮਿਲ ਕੇ ਬਣਿਆ ਨਾ। ਜੇਕਰ ਆਪਾਂ ਲੋਕਾਂ ਨੂੰ ਪਿਆਰ ਨਹੀਂ ਕਰਾਂਗੇ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਅਸੀਂ ਦੇਸ਼ ਨੂੰ ਪਿਆਰ ਕਰਦੇ ਹਾਂ। ਜੇਕਰ ਤੁਸੀਂ ਇਹੀ ਦੇਖਦੇ ਹੋ ਹਾਂ ਕਿ ਉਹ ਉੱਚੀ ਕਾਸਟ ਦਾ ਹੈ, ਉਹ ਨੀਵੀਂ ਕਾਸਟ ਦਾ ਹੈ, ਅਤੇ ਉਹਨਾਂ ਨਾਲ ਵਿਤਕਰਾ ਕਰਦੇ ਹੋ, ਜਾਂ ਇਹ ਸਾਡਾ ਪੰਜਾਬੀ ਨਹੀਂ ਹੈਗਾ, ਇਹ ਹੋਰ ਜਿਹੜੀ ਸਟੇਟ ਦਾ ਹੈ, ਹੋਰ ਰਾਜ ਦਾ ਹੈ, ਇਸ ਆਧਾਰ 'ਤੇ ਉਹਨਾਂ ਨਾਲ ਵਿਤਕਰਾ ਕਰਦੇ ਹੋ, ਤਾਂ ਤੁਸੀਂ ਇਸ ਦੇਸ਼ ਨੂੰ ਪਿਆਰ ਨਹੀਂ ਕਰਦੇ। ਅੱਗੇ ਕੋਈ ਨਾਗਰਿਕ ਭਾਵੇਂ ਉਹ ਕਿਸੇ ਵੀ ਰਾਜ ਵਿੱਚ ਰਹਿੰਦਾ ਹੈ, ਕਿਸੇ ਵੀ ਧਰਮ ਨੂੰ ਮੰਨਦਾ ਹੈ, ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੈ ਤੇ ਕੋਈ ਵੀ ਭਾਸ਼ਾ ਬੋਲਦਾ ਹੈ, ਉਹ ਦੇਸ਼ ਦਾ ਹਿੱਸਾ ਹੈ। ਦੱਸਿਆ ਗਿਆ ਕਿ ਜਿਹੜਾ ਭਾਰਤ ਹੈ ਬਹੁਭਾਸ਼ੀ ਰਾਜ ਹੈ। ਠੀਕ ਹੈ। ਭਾਰਤ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ। ਠੀਕ ਹੈ। ਵੱਖ-ਵੱਖ ਜਾਤਾਂ ਦੇ ਲੋਕ ਰਹਿੰਦੇ ਨੇ। ਇਹਨਾਂ ਸਾਰਿਆਂ ਨੂੰ ਅਸੀਂ ਕਿਸੇ ਨੂੰ ਸਾਡਾ ਪਿਆਰ ਕਰਨਾ ਚਾਹੀਦਾ, ਚਾਹੇ ਜਿਹੜੀ ਮਰਜ਼ੀ ਬੋਲੀ ਬੋਲਦਾ ਹੋਵੇ, ਜਿਹੜੇ ਮਰਜ਼ੀ ਰਾਜ ਦਾ ਰਹਿਣ ਵਾਲਾ ਹੋਵੇ, ਜਿਹੜੇ ਮਰਜ਼ੀ ਧਰਮ ਨੂੰ ਮੰਨਦਾ ਹੋਵੇ, ਕਿਸੇ ਮਰਜ਼ੀ ਜਾਤ ਨਾਲ ਸੰਬੰਧ ਰੱਖਦਾ ਹੋਵੇ, ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਹੀ ਵਿਵਹਾਰ ਕਰਨਾ ਚਾਹੀਦਾ, ਸਾਰਿਆਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ। ਉਸ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ। ਸਾਡੇ ਵਿੱਚ ਕੋਈ ਊਚ ਨੀਚ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਹਰ ਨਾਗਰਿਕ ਨੂੰ ਦੂਜੇ ਦਾ ਮਦਦਗਾਰ ਹੋਣਾ ਚਾਹੀਦਾ ਹੈ। ਕੋਈ ਮਨੁੱਖ ਦੂਜੇ ਮਨੁੱਖ ਦਾ ਕੋਈ ਨੁਕਸਾਨ ਕਰਨ ਬਾਰੇ ਨਾ ਸੋਚੇ। ਠੀਕ ਹੈ। ਇੱਕ ਮਨੁੱਖ ਦੂਜੇ ਮਨੁੱਖ ਦਾ ਨੁਕਸਾਨ ਕਰਨ ਬਾਰੇ ਸੋਚ ਰਿਹਾ ਤਾਂ ਇਟ ਮੀਨਸ ਉਹ ਦੇਸ਼ ਨੂੰ ਪਿਆਰ ਨਹੀਂ ਕਰਦਾ। ਠੀਕ ਹੈ। ਕੋਈ ਕਿਸੇ ਨਾਲ ਕੋਈ ਹੇਰਾ ਫੇਰੀ ਨਾ ਕਰੇ। ਇਸ ਤਰ੍ਹਾਂ ਕਰਨਾ ਹੀ ਦੇਸ਼ ਦੇ ਲੋਕਾਂ ਨੂੰ ਪਿਆਰ ਕਰਨਾ ਹੈ। ਠੀਕ ਹੈ। ਇਸ ਤਰ੍ਹਾਂ ਜਿਹੜਾ ਕਰਦਾ ਹੈ, ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਮੰਨਦਾ ਹੈ, ਸਾਰਿਆਂ ਨਾਲ ਨੂੰ ਪਿਆਰ ਨਾਲ ਰਹਿੰਦਾ ਹੈ, ਸਾਰਿਆਂ ਨਾਲ ਇਕੁਅਲ ਵਿਵਹਾਰ ਕਰਦਾ ਹੈ, ਤਾਂ ਉਹ ਕੀ ਹੈ, ਉਹ ਦੇਸ਼ ਨੂੰ ਪਿਆਰ ਕਰਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਦੇਸ਼ ਦੇ ਗਰੀਬ ਲੋਕਾਂ ਦੇ ਹੱਕਾਂ ਬਾਰੇ ਸੋਚਣਾ। ਸਾਨੂੰ ਗਰੀਬ ਲੋਕਾਂ ਦਾ ਜੀਵਨ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੂੰ ਪੜ੍ਹਨ ਲਿਖਣ ਵਿੱਚ ਮਦਦ ਕਰਨੀ ਚਾਹੀਦੀ ਹੈ। ਦੇਸ਼ ਤਾਂ ਹੀ ਖੁਸ਼ਹਾਲ ਹੋ ਸਕਦਾ ਹੈ ਕਿ ਜੇਕਰ ਦੇਸ਼ ਦੇ ਸਾਰੇ ਲੋਕ ਖੁਸ਼ ਹੋਣ। ਉਹਨਾਂ ਕੋਲ ਜੀਵਨ ਦੀਆਂ ਜ਼ਰੂਰੀ ਸਹੂਲਤਾਂ ਕਿਹੜੀਆਂ ਹੁੰਦੀਆਂ? ਰੋਟੀ, ਕੱਪੜਾ, ਮਕਾਨ। ਇਹ 3 ਚੀਜ਼ਾਂ ਜਿਹੜੀਆਂ ਜੇਕਰ ਕਿਸੇ ਕੋਲ ਹੈ
ਤਾਂ ਉਹ ਵਿਅਕਤੀ ਖੁਸ਼ ਹੈ। ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ, ਖਾਣ ਲਈ ਰੋਟੀ ਨਹੀਂ ਹੈ, ਠੀਕ ਹੈ, ਪਹਿਨਣ ਲਈ ਕੱਪੜਾ ਨਹੀਂ, ਉਹ ਖੁਸ਼ ਹੋ ਸਕਦਾ? ਕਦੇ ਨਹੀਂ। ਤਾਂ ਜਿਹੜੀਆਂ ਜ਼ਰੂਰੀ ਜੀਵਨ ਦੀਆਂ ਜਿਹੜੀਆਂ ਜ਼ਰੂਰੀ ਲੋੜਾਂ ਨੇ ਉਹ ਹਮੇਸ਼ਾ ਪੂਰੀਆਂ ਹੋਣੀਆਂ ਚਾਹੀਦੀਆਂ। ਤੇ ਦੇਸ਼ ਨਾਲ ਪਿਆਰ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਜ਼ਿਆਦਾ ਤੋਂ ਜ਼ਿਆਦਾ ਸਾਨੂੰ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਉਹਨੇ ਹੱਕਾਂ ਨੂੰ ਮਾਰਨਾ ਨਹੀਂ ਚਾਹੀਦਾ। ਇਹ ਨਹੀਂ ਹੈ ਕਿ ਗਰੀਬ ਹੈ ਤੇ ਉਸਨੂੰ ਘੱਟ ਪੈਸੇ ਤੇ ਅਸੀਂ ਉਹਨਾਂ ਤੋਂ ਕੰਮ ਕਰਵਾ ਰਹੇ ਹਾਂ, ਉਹਨਾਂ ਦੀ ਮਜ਼ਦੂਰੀ ਖਾ ਰਹੇ ਹਾਂ। ਜੇ ਉਹ ਨਹੀਂ ਕਹਿ ਰਿਹਾ, ਕਿਉਂਕਿ ਉਹ ਜੇਕਰ ਕੋਈ ਘੱਟ ਪੈਸੇ ਤੇ ਕੰਮ ਜ਼ਿਆਦਾ ਕਰ ਰਿਹਾ ਤਾਂ ਇਟ ਮੀਨਸ ਉਹਨਾਂ ਦੀ ਮਜਬੂਰੀ ਹੋਵੇਗੀ, ਸ਼ਾਇਦ ਉਹਨਾਂ ਨੂੰ ਉਸ ਪੈਸੇ ਦੀ ਬਹੁਤ ਜ਼ਰੂਰਤ ਹੈ, ਪਰ ਸਾਨੂੰ ਕਦੇ ਵੀ ਉਹਨਾਂ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ। ਕਿਸੇ ਕਮਜ਼ੋਰ ਨੂੰ ਨਾਲ ਲੈ ਕੇ ਚੱਲਣਾ ਤਾਂ ਅਸਲੀ ਨੇਕੀ ਹੈ, ਠੀਕ ਹੈ। ਹਮੇਸ਼ਾ ਕਿਸੇ ਕਮਜ਼ੋਰ ਨੂੰ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਠੀਕ ਹੈ। ਇਸ ਤੋਂ ਇਲਾਵਾ ਆਓ ਇੱਕ ਕਵਿਤਾ ਪੜ੍ਹਦੇ ਹਾਂ। ਇੱਕ ਕਵਿਤਾ ਦਿੱਤੀ ਗਈ ਹੈ ਨੀਚੇ। ਆਓ ਸਾਰੇ ਲੋਕਾਂ ਨੂੰ ਪਿਆਰ ਕਰੀਏ, ਦਿਲਾਂ 'ਚ ਕਦੇ ਨਾ ਨਫ਼ਰਤ ਭਰੀਏ। ਸਾਰੇ ਹੀ ਨੇ ਆਪਣੇ, ਬੇਗਾਨਾ ਕੋਈ ਨਾ, ਪਿਆਰ ਜਿਹਾ ਜੱਗ 'ਚ ਤਰਾਨਾ ਕੋਈ ਨਾ। ਸੱਚੇ ਸੁੱਚੇ ਦਿਲ 'ਚ ਵਿਚਾਰ ਰੱਖੀਏ, ਦਿਲ 'ਚ ਕਦੇ ਨਾ ਹੰਕਾਰ ਰੱਖੀਏ। ਵੰਡੀਆਂ ਦਿਲਾਂ ਵਿੱਚ ਆਉਣ ਦਈਏ ਨਾ, ਝਗੜਾ ਕਿਸੇ ਨੂੰ ਕਦੇ ਪਾਉਣ ਦਈਏ ਨਾ, ਠੀਕ ਹੈ। ਸਾਨੂੰ ਸਾਰਿਆਂ ਨੂੰ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ, ਸਾਰਿਆਂ ਨੂੰ ਆਪਣਾ ਸਮਝਣਾ ਚਾਹੀਦਾ, ਕਿਸੇ ਨੂੰ ਬੇਗਾਨਾ ਨਹੀਂ ਸਮਝਣਾ ਚਾਹੀਦਾ, ਠੀਕ ਹੈ। ਸਾਰਿਆਂ ਨਾਲ ਵੰਡੀਆਂ ਮਤਲਬ ਦਿਲਾਂ 'ਚ, ਜੇਕਰ ਤੁਸੀਂ ਨਾਲ ਬੈਠੇ ਹੋ ਪਰ ਤੁਹਾਡੇ ਦਿਲ ਵਿੱਚ ਉਹਨਾਂ ਲਈ ਪਿਆਰ ਨਹੀਂ ਹੈਗਾ, ਕਿਸੇ ਵਿਅਕਤੀ ਦੇ ਨਾਲ ਬੈਠੇ ਹੋ ਪਰ ਦਿਲ ਵਿੱਚ ਪਿਆਰ ਨਹੀਂ, ਦਿਲ ਦੇ ਵਿੱਚ ਤੁਸੀਂ ਵੰਡੀਆਂ ਪਾ ਚੁੱਕੇ ਕਿ ਇਹ ਮੇਰਾ ਨਹੀਂ ਹੈਗਾ, ਇਹ ਆਪਣਾ ਨਹੀਂ ਹੈਗਾ, ਤਾਂ ਵੀ ਨਹੀਂ ਹੋ ਸਕਦਾ, ਠੀਕ ਹੈ। ਝਗੜਾ ਨਹੀਂ ਕਰਨਾ ਚਾਹੀਦਾ, ਹਮੇਸ਼ਾ ਦੂਜਿਆਂ ਲਈ ਪਿਆਰ ਨਾਲ ਰਹਿਣਾ ਚਾਹੀਦਾ ਹੈ। ਅੱਗੇ ਮੌਖਿਕ ਪ੍ਰਸ਼ਨ, ਇਹ ਪ੍ਰਸ਼ਨ ਵੀ ਮੌਖਿਕ ਨੇ, ਠੀਕ ਹੈ। ਇਹ ਵੀ ਔਰਲ ਜਿਹੜੇ ਕੁਐਸਚਨ ਸੀਗੇ, ਇਹਨਾਂ ਦੇ ਵੀ ਬੱਚੇ ਮੈਂ ਆਨਸਰ ਨਾਲ ਦੇਵਾਂਗੀ, ਤੁਸੀਂ ਇਸ ਨੂੰ ਕਾਪੀ ਤੇ ਉਤਾਰ ਸਕਦੇ ਹੋ, ਠੀਕ ਹੈ। ਵੈਸੇ ਤਾਂ ਲਿਖਤੀ ਪ੍ਰਸ਼ਨ ਹੁੰਦੇ ਆ ਜਿਹੜੇ ਉਹੀ ਉਤਾਰਨੇ ਹੁੰਦੇ ਆ, ਪਰ ਤੁਸੀਂ ਆਪਣੀ ਜਨਰਲ ਨੌਲੇਜ ਲਈ ਇਸ ਨੂੰ ਉਤਾਰ ਕੇ ਰੱਖ ਸਕਦੇ ਹੋ। ਪਹਿਲਾ ਪ੍ਰਸ਼ਨ ਹੈ, ਕੀ ਅਸੀਂ ਸਾਰੇ ਭਾਰਤੀ ਇੱਕ ਹਾਂ? ਤਾਂ ਆਨਸਰ ਦਾ ਹੈ ਹਾਂ, ਅਸੀਂ ਸਾਰੇ ਭਾਰਤੀ ਇੱਕ ਹਾਂ। ਪ੍ਰਸ਼ਨ ਨੰਬਰ 2 ਹੈ, ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਨੁਕਸਾਨ? ਕੀ ਕਰਨਾ ਚਾਹੀਦਾ ਹੈ? ਸਾਨੂੰ ਕਿਸੇ ਦਾ ਨੁਕਸਾਨ ਕਰਨਾ ਚਾਹੀਦਾ ਹੈ ਕਿ ਮਦਦ? ਤਾਂ ਆਨਸਰ ਹੈ ਮਦਦ, ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਅਗਲਾ ਹੈ, ਪਿਆਰ ਨਾਲ ਰਹਿਣ ਦੇ ਕੀ ਲਾਭ ਹਨ? ਤਾਂ ਪਿਆਰ ਨਾਲ ਰਹਿਣ ਦੇ ਕੀ ਲਾਭ ਨੇ? ਪਿਆਰ ਨਾਲ ਰਹਿਣ ਨਾਲ ਸਾਡਾ ਦੇਸ਼ ਖੁਸ਼ਹਾਲ ਬਣੇਗਾ, ਸਾਰੇ ਖੁਸ਼ੀ ਆਪਣਾ ਜੀਵਨ ਬਤੀਤ ਕਰਨਗੇ। ਚੌਥਾ ਪ੍ਰਸ਼ਨ ਹੈ, ਦੇਸ਼ ਵੀ ਤਾਂ ਇੱਕ ਵੱਡਾ ਪਰਿਵਾਰ ਹੈ, ਠੀਕ ਹੈ ਕਿ ਗਲਤ? ਤਾਂ ਆਨਸਰ ਇਹਦਾ ਕੀ ਹੈ? ਠੀਕ। ਪੰਜਵਾਂ ਹੈ, ਕੀ ਸਾਰੇ ਮਨੁੱਖਾਂ ਦਾ ਖੂਨ ਇੱਕੋ ਜਿਹਾ ਹੁੰਦਾ ਹੈ ਕਿ ਵੱਖੋ ਵੱਖਰਾ? ਤਾਂ ਆਨਸਰ ਇਹਦਾ ਹੈ ਜੀ ਹਾਂ, ਸਾਰੇ ਮਨੁੱਖਾਂ ਦਾ ਖੂਨ ਇੱਕੋ ਜਿਹਾ ਹੁੰਦਾ ਹੈ। ਛੇਵਾਂ ਹੈ, ਕੀ ਧਰਮ, ਜਾਤ ਜਾਂ ਇਲਾਕੇ ਦੇ ਆਧਾਰ ਤੇ ਲੜਨਾ ਚੰਗੀ ਗੱਲ ਹੈ? ਨਹੀਂ, ਸਾਨੂੰ ਧਰਮ, ਜਾਤ ਜਾਂ ਇਲਾਕੇ ਦੇ ਆਧਾਰ ਤੇ ਲੜਨਾ ਨਹੀਂ ਚਾਹੀਦਾ, ਇਹ ਚੰਗੀ ਗੱਲ ਨਹੀਂ ਹੈ। ਸਗੋਂ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ। ਅੱਗੇ ਹੈ ਪ੍ਰਸ਼ਨ ਨੰਬਰ 7, ਕੀ ਤੁਸੀਂ ਵੱਡੇ ਹੋ ਕੇ ਲੋਕਾਂ ਨੂੰ ਪਿਆਰ ਨਾਲ ਰਹਿਣ ਲਈ ਸਮਝਾਓਗੇ? ਜੀ ਹਾਂ, ਮੈਂ ਵੱਡਾ ਹੋ ਕੇ ਲੋਕਾਂ ਨੂੰ ਪਿਆਰ ਨਾਲ ਰਹਿਣ ਲਈ ਸਮਝਾਵਾਂਗਾ। ਇੱਥੇ ਬੱਚੇ ਜਿਹੜਾ ਤੁਹਾਡਾ ਚੈਪਟਰ ਹੈ ਉਹ ਕੰਪਲੀਟ ਹੁੰਦਾ ਹੈ। ਉਮੀਦ ਕਰਦੀ ਹਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਔਰ ਸਾਰੇ ਹੀ ਬੱਚੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਗੇ, ਦੂਜੀਆਂ ਭਾਸ਼ਾਵਾਂ ਨੂੰ ਵੀ ਸਿੱਖਣਗੇ, ਪਰ ਆਪਣੀ ਮਾਂ ਬੋਲੀ ਨੂੰ ਕਦੇ ਵੀ ਵਿਸਾਰਨਗੇ ਨਹੀਂ, ਕਦੇ ਵੀ ਭੁੱਲਣਗੇ ਨਹੀਂ, ਠੀਕ ਹੈ। ਇਸ ਤੋਂ ਇਲਾਵਾ ਆਪਣੇ ਦੇਸ਼ ਨਾਲ ਪਿਆਰ ਕਰੋਗੇ, ਆਪਣੇ ਰਾਜ ਨਾਲ ਪਿਆਰ ਕਰੋਗੇ, ਦੂਜਿਆਂ ਦੀ ਬੋਲੀ, ਜਿਹੜੀ ਦੂਜੀਆਂ ਬੋਲੀਆਂ ਨੇ ਉਹਨਾਂ ਨੂੰ ਵੀ ਸਤਿਕਾਰ ਦੀ ਭਾਵਨਾ ਨਾਲ ਦਵੋਗੇ, ਕਿਸੇ ਨਾਲ ਲੜੋਗੇ ਨਹੀਂ, ਦੇਸ਼ ਦੇ ਸਾਰੇ ਲੋਕਾਂ ਨੂੰ ਪਿਆਰ ਕਰੋਗੇ, ਕਿਸੇ ਨਾਲ ਵੀ ਕਿਸੇ ਵੀ ਆਧਾਰ ਤੇ ਵਿਤਕਰਾ ਨਹੀਂ ਕਰੋਗੇ, ਮਿਲ ਜੁਲ ਕੇ ਰਹੋਗੇ। ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਥੈਂਕ ਯੂ।